गौड़ी गुआरेरी महला चौथा चौपदे। एक ओंकार सतगुर प्रसाद। पंडित शास्त्र सिमरत पढ़िया, जोगी गोरख गोरख करया। मैं मूरख हर हर जप पढ़िया, ना जाना क्या गत राम हमारी। हर भज मन मेरे तार भौजल तू तारी रहाव। सन्यासी विभूत लाए देह सवारी, पर त्रय त्याग करी ब्रह्मचारी। मैं मूरख हर आस तुम्हारी। खतरी कर्म करे सूरतन पावै, शूद वैश्य पर कृत कमावै। मैं मूरख हर नाम छड़ाव। सब तेरी सृष्ट तू आप रहया समाई। गुरमुख नानक दे वड्याई। मैं अंधुले हर टेक टिकाई। परम सत्कार योग धन धन गुरु ग्रंथ साहिब सच्चे पातशाह महाराज जी दे सजे होए पावन दरबार दियां हाजरियां भर रहे गुरु प्यारे गुरु सवारे सतसंगी जनों, अकाल पुरख जी ने अपार बख्शिश करदियां होयां सतसंग दा इह सुभाग समा बख्शिश रूप विच अपने सारियां दी झोली विच पाया है, जिस सदका बड़े ही सत्कारयोग भाई साहबान जी पासों आपां सारियां ने गुरु की पावन बाणी का कीर्तन श्रवण किया है। आओ नीयत किते हुए समय मुताबक सतगुरां दी पावन बाणी दी विचार नाल अपनियां बिरतियां नूं इकागर करिए। सतगुरां दे पावन शब्द दी विचार नाल जुड़न तो पहलां दशमेश पिता अमृत के दाते सतगुरां दी बख्शिश कीती हुई फतेह सारी संगत बड़े अदब सहत प्रवान करो। आखो जी वाहिगुरु जी का खालसा वाहिगुरु जी की फतेह। जदों आपां सतगुरु गुरु ग्रंथ साहिब महाराज जी की पावन बाणी का पाठ विचार सहित करते हाँ तो एक ख्याल साडे मन विच सुभावक ही आएगा, क्योंकि जिन्ने भी महान पुरखां दी बाणी गुरु ग्रंथ साहिब महाराज पातशाह जी दे विच सुभाएमान है, सारियां दे ही अमोलक बचन वारी वारी सानू पढ़न वास्ते प्राप्त हुंदे ने। ते एक गल दा खास ख्याल साडे मन विच आएगा जिस वेले असीं बाणी दा लगातार पाठ सारे महान पुरखां दा उचारण कीता होया पढ़दे हां कि हर एक महान पुरख ने, भावें वो सतगुरु साहिबान भगत साहिबान ने, भट्ट साहिबान ने, गुरसिख साहिबान ने, जिन्हां दी बाणी सतगुरां दे गुरु ग्रंथ साहिब जी दे स्वरूप विच दर्ज है, हर एक दा
ਕਿਸੇ ਖਿਆਲ ਨੂੰ ਬਿਆਨ ਕਰਨ ਦਾ ਅੰਦਾਜ਼, ਢੰਗ, ਤਰੀਕਾ ਵੱਖਰਾ ਵੱਖਰਾ ਹੋ ਸਕਦਾ ਹੈ। ਉਹਨਾਂ ਦੀ ਭਾਸ਼ਾ ਵਿੱਚ, ਗੱਲ ਕਹਿਣ ਦੀਆਂ ਉਦਾਹਰਨਾਂ ਦੇ ਵਿੱਚ ਥੋੜਾ ਥੋੜਾ ਅੰਤਰ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਨੂੰ ਜਿਤਨੇ ਵੀ ਮਹਾਨ ਪੁਰਖਾਂ ਨੇ ਉਚਾਰਨ ਕੀਤਾ ਹੈ, ਜਾਂ ਤਾਂ ਉਹ ਵੱਖਰੇ ਵੱਖਰੇ ਖਿੱਤੇ ਨਾਲ ਸੰਬੰਧ ਰੱਖਦੇ ਸਨ, ਕਿ ਕੋਈ ਕਿਸੇ ਇਲਾਕੇ ਨਾਲ ਸੰਬੰਧ ਰੱਖਦਾ ਹੈ, ਕੋਈ ਮਹਾਨ ਪੁਰਖ ਕਿਸੇ ਇਲਾਕੇ ਦਾ ਜੰਮਪਲ ਹੈ, ਜਾਂ ਫਿਰ ਜਿਸ ਪਿਛੋਕੜ ਵਿੱਚੋਂ ਆਏ ਸਨ, ਜਿਹੜੀ ਉਹਨਾਂ ਦੀ ਕਿਰਤ ਹੈ ਪਰਿਵਾਰਕ ਤੌਰ ਉੱਤੇ, ਉਹ ਵੀ ਵੱਖਰੀ ਵੱਖਰੀ ਹੈ। ਫਿਰ ਜਿਸ ਇਲਾਕੇ ਨਾਲ ਉਹ ਸੰਬੰਧ ਰੱਖਦੇ ਨੇ, ਉਸ ਬੋਲੀ ਦਾ ਪ੍ਰਭਾਵ ਉਹਨਾਂ ਦੀ ਬੋਲ ਬਾਣੀ ਦੇ ਉੱਤੇ ਚੋਖਾ ਪਿਆ, ਉਹੋ ਜਿਹੀ ਸ਼ਬਦਾਵਲੀ ਉਹਨਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲਦੀ ਹੈ। ਤੇ ਗੱਲ ਕਰਨ ਦਾ ਤਰੀਕਾ ਜਿਹੜਾ ਹੈ, ਅੰਦਾਜ਼ ਜਿਹੜਾ ਹੈ, ਉਹ ਵੀ ਵੱਖਰਾ ਵੱਖਰਾ ਹੈ। ਤੁਸੀਂ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੋਗੇ, ਉਹਨਾਂ ਨੇ ਕਰਮ ਕਾਂਡਾਂ ਤੇ ਜਿੰਨੇ ਡਟਵੇਂ ਢੰਗ ਨਾਲ ਚੋਟ ਕੀਤੀ ਹੈ, ਹੋਰ ਕਿਸੇ ਮਹਾਂਪੁਰਖ ਦੇ ਮੁਕਾਬਲੇ ਦੇ ਉੱਤੇ ਉਹਨਾਂ ਦੀ ਚੋਟ ਵਧੇਰੇ ਤਿੱਖੀ ਹੈ। ਇਸ ਦਾ ਇੱਕ ਕਾਰਨ ਹੈ। ਇਸ ਨੂੰ ਇਹ ਨਾ ਸਮਝਣਾ ਵੀ ਬਾਕੀ ਮਹਾਨ ਪੁਰਖਾਂ ਨੇ ਕਰਮ ਕਾਂਡਾਂ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਢੰਗ ਕਬੀਰ ਸਾਹਿਬ ਜੀ ਦਾ ਆਪਣਾ ਹੈ, ਭਗਤ ਰਵਿਦਾਸ ਸਾਹਿਬ ਜੀ ਦਾ ਆਪਣਾ ਹੈ, ਗੁਰੂ ਨਾਨਕ ਮਹਾਰਾਜ ਜੀ ਦਾ ਆਪਣਾ ਹੈ, ਧੰਨ ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਮਹਾਰਾਜ ਤਥਾ ਹੋਰ ਮਹਾਨ ਪੁਰਖਾਂ ਦਾ ਆਪਣਾ ਆਪਣਾ। ਪਰ ਜਿੰਨਾ ਤਿੱਖਾਪਨ ਕਰਮ ਕਾਂਡਾਂ ਦੇ ਉੱਤੇ ਚੋਟ ਕਰਦਿਆਂ ਹੋਇਆਂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ, ਉਹ ਆਪਣੀ ਮਿਸਾਲ ਆਪ ਹੈ, ਉਹ ਨਵੇਕਲਾ ਢੰਗ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਕਬੀਰ ਸਾਹਿਬ ਕਾਂਸ਼ੀ ਦੇ ਵਿੱਚ ਜੰਮੇ ਨੇ, ਕਾਂਸ਼ੀ ਦੇ ਵਿੱਚ ਪਲੇ, ਜਵਾਨ ਹੋਏ, ਪ੍ਰਵਾਨ ਚੜ੍ਹੇ, ਔਰ ਉਹਨਾਂ ਨੇ ਲੋਕਾਂ ਨੂੰ ਦੂਰੋਂ ਦੂਰੋਂ ਆ ਕੇ ਇਹਨਾਂ ਕਰਮ ਕਾਂਡਾਂ ਦੀ ਜਿਲਣ ਵਿੱਚ ਧੱਸਦਿਆਂ ਹੋਇਆਂ ਵੇਖਿਆ, ਤੇ ਪੁਜਾਰੀਆਂ ਨੇ ਲੋਕਾਂ ਨੂੰ ਕਿਸ ਕਦਰ ਗੁੰਮਰਾਹ ਕਰਕੇ, ਵਹਿਮਾਂ ਤੇ ਭਰਮਾਂ ਚ ਪਾ ਕੇ ਸੱਚ ਧਰਮ ਵਾਲੇ ਪਾਸਿਓਂ ਆਮ ਲੋਕਾਂ ਨੂੰ ਦੂਰ ਰੱਖਿਆ। ਇਸ ਗੱਲ ਦਾ ਡਾਢਾ ਰੰਜ ਹੈ ਕਬੀਰ ਸਾਹਿਬ ਜੀ ਦੇ ਅੰਦਰ, ਕਿਉਂਕਿ ਧਰਮੀ ਨੂੰ ਜਿਸ ਵੇਲੇ ਨਜ਼ਰੀ ਪੈਂਦਾ ਹੈ ਨਾ ਵੀ ਧਰਮ ਦੇ ਨਾਮ ਦੇ ਉੱਤੇ ਪਖੰਡ ਹੁੰਦਾ ਹੈ, ਧਰਮ ਦੇ ਨਾਮ ਦੇ ਉੱਤੇ ਅਤਿਆਚਾਰ ਹੁੰਦਾ ਹੈ, ਧਰਮ ਦੇ ਨਾਮ ਦੇ ਉੱਤੇ ਲੋਕ ਗੁੰਮਰਾਹ ਕੀਤੇ ਜਾਂਦੇ ਨੇ, ਸੱਚ ਧਰਮ ਦੀ ਗੱਲ ਲੋਕਾਂ ਸਾਹਮਣੇ ਨਹੀਂ ਆ ਰਹੀ, ਧਰਮ ਦੇ ਨਾਂ ਉੱਤੇ ਬੜਾ ਕੁਝ ਹੋ ਰਿਹਾ ਹੈ, ਸੱਚ ਜਾਣੋ ਉਹਦੇ ਹਿਰਦੇ ਨੂੰ ਬੜੀ ਠੇਸ ਪਹੁੰਚਦੀ ਹੈ। ਫਿਰ ਉਹ ਕੋਸ਼ਿਸ਼ ਕਰਦਾ ਕਿ ਸੱਚ ਧਰਮ ਲੋਕਾਂ ਦੇ ਸਾਹਮਣੇ ਆਏ ਤਾਂ ਕਿ ਲੋਕਾਂ ਦਾ ਭੁਲੇਖਾ ਦੂਰ ਹੋਵੇ। ਨਹੀਂ ਤਾਂ ਸਾਡੇ ਵਰਗੇ ਇਨਸਾਨ ਭਰਮ ਨੂੰ ਹੀ ਧਰਮ ਮੰਨ ਕੇ ਸਾਰਾ ਜੀਵਨ ਬਤੀਤ ਕਰਦੇ ਨੇ। ਜੋ ਭਰਮ ਹੈ ਉਹਨੂੰ ਅਸੀਂ ਧਰਮ ਮੰਨ ਲੈਂਦੇ ਹਾਂ, ਜਿਹੜਾ ਧਰਮ ਹੈ ਉਸ ਨੂੰ ਸਮਝਣ ਵਾਸਤੇ ਸਾਡਾ ਸਾਰਾ ਜੀਵਨ ਲੰਘ ਜਾਂਦਾ ਹੈ, ਅਸੀਂ ਕਦੇ ਤਿਆਰ ਹੀ ਨਹੀਂ ਹੁੰਦੇ। ਤਾਂ ਅਸੀਂ ਸੋਚਦੇ ਹਾਂ ਜੋ ਸਾਨੂੰ ਭਰਮਾਂ ਰੂਪੀ ਇਹ ਕਰਮ ਮਿਲੇ ਨੇ, 2-4 ਗਿਣਤੀ ਦੇ, ਜਾਂ ਕੁਝ ਭੁਲੇਖੇ ਸਾਡੇ ਮਨ ਅੰਦਰ ਜਿਹੋ ਜੀਆਂ ਗੱਲਾਂ ਉਲਝਣਾ ਪਈਆਂ ਨੇ, ਇਹੋ ਹੀ ਧਰਮ ਨੇ, ਸਾਡਾ ਭੁਲੇਖਾ ਬਣ ਜਾਂਦਾ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਉਚੇਚਾ ਯਤਨ ਕੀਤਾ। ਜਿਹੜਾ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਗਰੀਬ ਨਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਇਹ ਪਹਿਲੀ ਸੰਖੇਪ ਜਿਹੀ ਗੱਲ ਮੈਂ ਇਸ ਕਰਕੇ ਸਾਂਝੀ ਕੀਤੀ ਹੈ ਕਿ ਸਾਰੇ ਸ਼ਬਦ ਨੂੰ ਪੜ੍ਹਦਿਆਂ ਹੋਇਆਂ ਇੱਕ ਗੱਲ ਮਨ ਨੂੰ ਮਹਿਸੂਸ ਹੋਈ ਕਿ ਬੜਾ ਡਾਢਾ ਖੰਡਨ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬ ਦੇ ਨਾਮ ਦੇ ਉੱਤੇ ਕੀਤੇ ਜਾਂਦੇ ਵਿਖਾਵੇ ਮਾਤਰ ਕਰਮਾਂ ਦਾ, ਪਰ ਅੰਦਾਜ਼ ਬੜਾ ਸੁਹਾਵਣਾ ਤੇ ਮਿੱਠਾ ਵਰਤਿਆ ਹੈ। ਚੋਟ ਤੇ ਹੈ, ਪਰ ਚੋਟ ਇਸ ਕਿਸਮ ਦੀ ਹੈ ਕਿ ਮਨ ਉਹਨਾਂ ਦਾ ਅੰਦਾਜ਼ ਆਪਣਾ ਹੀ ਅਲੱਗ ਹੈ, ਨਵੇਕਲਾ ਢੰਗ ਹੈ। ਰਹਾਉ ਦੇ ਬੰਦ ਵਿੱਚ ਉਹਨਾਂ ਨੇ ਆਖਿਆ, ਨਾ ਜਾਣਾ ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ, ਅਹਿਸਾਸ ਨਹੀਂ ਮੈਨੂੰ ਇਸ ਗੱਲ ਦਾ, ਕਿਆ ਗਤ ਰਾਮ ਹਮਾਰੀ। ਗਤ ਦਾ ਅਰਥ ਹੁੰਦਾ ਹੈ ਅਵਸਥਾ। ਹੇ ਅਕਾਲ ਪੁਰਖ ਸਰਵ ਵਿਆਪਕ ਪ੍ਰਭੂ ਜੀ, ਤੈਨੂੰ ਭੁਲਾ ਕੇ, ਤੇਰਾ ਚੇਤਾ ਵਿਸਾਰ ਕੇ, ਤੇਰੇ ਗੁਣਾਂ ਨਾਲੋਂ ਤੇਰੀ ਹੋਂਦ ਦਾ ਅਹਿਸਾਸ ਕਰਨ ਤੋਂ ਵਾਂਝੇ ਹੋ ਕੇ ਜੀਵਨ ਕਿੰਨਾ ਨਰਕ ਵਰਗਾ ਬਣ ਜਾਂਦਾ ਹੈ, ਜੀਵਨ 'ਚ ਕਿੰਨੇ ਦੁੱਖ ਆ ਜਾਂਦੇ ਨੇ, ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ। ਕਾਸ਼ ਕਿਤੇ ਮੇਰੇ ਮਨ ਨੂੰ ਇਹ ਗੱਲ ਮਹਿਸੂਸ ਹੋ ਜਾਵੇ ਤੇ ਮੈਂ ਤੈਨੂੰ ਭੁਲਾਵਾਂ ਹੀ ਕਦੇ ਨਾ।
ਮਹਿਸੂਸ ਨਹੀਂ ਹੋਇਆ, ਮਨ ਨੂੰ ਅਹਿਸਾਸ ਨਹੀਂ ਹੋਇਆ। ਇਸ ਕਰਕੇ ਮੈਂ ਇਹ ਕਦੇ ਵੀ ਆਪਣੇ ਮਨ ਨਾਲ ਵਿਚਾਰ ਨਹੀਂ ਕੀਤਾ ਵੀ ਮਨਾ ਭਲਾ ਰੱਬ ਨੂੰ ਭੁਲਾ ਕੇ ਜੀਵਨ ਬੰਦੇ ਦਾ ਕਿੰਨਾ ਦੁਖਿਆਰਾ ਬਣ ਜਾਂਦਾ ਹੈ, ਦੁਸ਼ਵਾਰ ਹੁੰਦਾ ਹੈ, ਖੁਆਰ ਹੁੰਦਾ ਹੈ। ਇਹ ਅਹਿਸਾਸ ਮੇਰੇ ਮਨ ਅੰਦਰ ਨਹੀਂ ਹੈ। ਗੌਰ ਕਰਨਾ, ਇੱਕ ਹੁੰਦਾ ਹੈ ਗਿਆਨ, ਜਾਣਕਾਰੀ। ਵੈਸੇ ਜਾਣਕਾਰੀ ਤੇ ਗਿਆਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫਰਕ ਰੱਖਿਆ। ਆਪਾਂ ਕਹਿ ਦਿੰਦੇ ਨਾ ਫਲਾਣੇ ਬੰਦੇ ਨੂੰ ਬੜਾ ਗਿਆਨ ਹੈ, ਨਹੀਂ, ਜਾਣਕਾਰੀ ਹੈ। ਗਿਆਨ ਕਿਸ ਨੂੰ ਆਖਿਆ? ਜਾਣਕਾਰੀ ਉਹ ਹੈ ਜਿਹੜੀ ਦਿਮਾਗੀ ਪੱਧਰ ਤੇ, ਬ੍ਰੇਨ ਦੇ ਲੈਵਲ ਤੇ ਤੁਹਾਨੂੰ ਬਹੁਤ ਕੁਝ ਨੌਲੇਜ ਤੁਹਾਡੇ ਪੱਲੇ ਹੈ। ਗੁਰੂ ਗ੍ਰੰਥ ਸਾਹਿਬ, ਜਿਵੇਂ ਮੈਂ ਇੱਕ ਉਦਾਹਰਣ ਦਿੰਦਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਕੀ ਲਿਖਿਆ ਹੈ, ਉਹਦਾ ਕੀ ਮਤਲਬ ਹੈ, ਉਹ ਬਾਣੀ ਕੀ ਕਹਿੰਦੀ ਹੈ, ਇਹ ਜਿੰਨੀ ਵੀ ਜਾਣਕਾਰੀ ਹੈ ਨਾ, ਇਹ ਦਿਮਾਗੀ ਪੱਧਰ ਉੱਤੇ ਹੈ ਮੇਰੇ ਕੋਲ। ਹੋ ਸਕਦਾ ਹੈ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਨੂੰ ਕਮਾ ਨਾ ਰਿਹਾ ਹੋਵਾਂ। ਪਤਾ ਮੈਨੂੰ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਿਹਾ ਗਿਆ। ਇਹ ਹੈ ਜਾਣਕਾਰੀ, ਨੌਲੇਜ। ਇਹ ਦਿਮਾਗ ਦੇ ਪੱਧਰ ਉੱਤੇ ਹੈ, ਬੁੱਧੀ ਦੇ ਪੱਧਰ ਉੱਤੇ। ਤੇ ਗਿਆਨ ਕਿਹਨੂੰ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ 'ਚ? ਗਿਆਨ ਉਹਨੂੰ ਕਿਹਾ ਗਿਆ ਜਿਹੜੀ ਸੱਚੀ ਜਾਣਕਾਰੀ ਨੂੰ ਮਨੁੱਖ ਆਪਣੇ ਜੀਵਨ ਵਿੱਚ, ਲਾਈਫ ਵਿੱਚ ਅਪਲਾਈ ਕਰ ਲੈਂਦਾ, ਲਾਗੂ ਕਰ ਲੈਂਦਾ, ਉਹਨੂੰ ਆਖਿਆ ਗਿਆ ਹੈ ਗਿਆਨੀ। ਤਾਈ ਮਹਾਰਾਜ ਦੀ ਬਾਣੀ 'ਚ ਕਿਹਾ ਗਿਆ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨ, ਗਿਆਨੀ ਤਾਹੇ ਬਖਾਨ। ਗਿਆਨੀ ਕੌਣ ਹੈ? ਜਿਸ ਨੇ ਆਪਣੇ ਜੀਵਨ ਵਿੱਚ ਇਸ ਅਸੂਲ ਤੇ ਨਿਯਮ ਨੂੰ ਮੰਨ ਲਿਆ, ਜਿਸ ਨੇ ਅਪਲਾਈ ਕਰ ਲਿਆ। ਗਿਆਨੀ ਉਹ ਹੈ, ਭਾਵੇਂ ਉਹ ਬਹੁਤੀ ਦਲੀਲ ਦੇਣੀ ਨਾ ਜਾਣਦਾ ਹੋਵੇ, ਕੋਈ ਜ਼ਰੂਰੀ ਨਹੀਂ, ਪਰ ਉਹ ਗਿਆਨੀ ਹੈ। ਮੈਂ ਕਈ ਵਾਰ ਮਹਿਸੂਸ ਕਰਦਾ ਹਾਂ, ਕਾਂਸ਼ੀ ਦੀ ਧਰਤੀ ਦੇ ਉੱਤੇ ਰਹਿੰਦਿਆਂ ਹੋਏ ਹਾਂ, ਬੜੇ ਵਿਦਵਾਨ ਪੰਡਤ ਸਨ, ਉਹਨਾਂ ਨਾਲ ਕੋਈ ਗੱਲ ਨਹੀਂ ਸੀ ਕਰ ਸਕਦਾ। ਵੇਦਾਂ, ਸਿਮਰਤੀਆਂ, ਸ਼ਾਸਤਰਾਂ, ਪੁਰਾਣਾ, ਇੰਨੀ ਫਿਲਾਸਫੀ ਉਹਨਾਂ ਦੇ ਪੱਲੇ ਸੀ। ਤੇ ਹੁਣ ਤੁਸੀਂ ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਪੜ੍ਹੋ, ਕਾਂਸ਼ੀ ਦੇ ਨੇੜੇ ਰਹਿਣ ਵਾਲੇ ਸਨ, ਨੇੜੇ ਇੱਕ ਨਿੱਕਾ ਜਿਹਾ ਪਿੰਡ। ਤੇ ਕਬੀਰ ਸਾਹਿਬ ਖਾਸ ਕਾਂਸ਼ੀ ਦੇ ਰਹਿਣ ਵਾਲੇ ਸਨ। ਤੇ ਇਹ ਦੋ ਭਗਤ ਸਾਹਿਬਾਨ ਇੱਕ ਐਸੇ ਪਰਿਵਾਰਾਂ 'ਚ ਪੈਦਾ ਹੋਏ ਨੇ, ਇਹਨਾਂ ਦਾ ਪਿਛੋਕੜ ਐਸਾ ਸੀ ਜਿਨ੍ਹਾਂ ਨੂੰ ਉੱਚ ਘਰਾਣੇ ਕਹਿੰਦੇ ਸਨ ਵੀ ਇਹਨਾਂ ਨੂੰ ਤਾਂ ਹੱਕ ਹੀ ਕੋਈ ਨਹੀਂ ਵੀ ਇਹ ਰੱਬ ਦਾ ਨਾਮ ਜਪਣ, ਧਰਮ ਗ੍ਰੰਥਾਂ ਦਾ ਪਾਠ ਪਠਨ ਕਰਨ। ਇਹਨਾਂ ਦੇ ਅਧਿਕਾਰ 'ਚ ਨਹੀਂ ਸੀ ਆਉਂਦਾ, ਕਿਉਂਕਿ ਉੱਚ ਜਾਤੀਆਂ ਨੇ ਇਹਨਾਂ ਨੂੰ ਸ਼ੂਦਰ ਐਲਾਨਿਆ ਹੋਇਆ ਸੀ ਵੀ ਇਹ ਨੀਚ ਨੇ। ਐਸਾ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਸਾਡੇ ਨਾਲ ਵਿਚਾਰ ਸਾਂਝਾ ਕੀਤਾ ਵੀ ਇਹ ਪੰਡਿਆ ਮੋਹ ਕੋ ਢੇਡ ਕਹਿਤ, ਨਾਮਦੇਵ ਸਾਹਿਬ ਕਹਿੰਦੇ ਨੇ। ਕਬੀਰ ਸਾਹਿਬ ਇੱਥੋਂ ਤੱਕ ਆਖਦੇ ਨੇ, ਮੇਰੀ ਜ਼ਾਤ ਕੁੱਟ ਮੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਪਰ ਫਰਕ ਇਹ ਹੈ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਇਹ ਗੱਲ ਉਹਨਾਂ ਇਸ ਕਰਕੇ ਸਾਨੂੰ ਦੱਸੀ, ਇਹ ਕਹਿਣ ਲੱਗੇ ਵੀ ਆਹ ਸਾਡੀ ਗੱਤ ਸੀ ਜਿਹੜੀ ਉੱਚੇ ਲੋਕਾਂ ਨੇ, ਉੱਚੀ ਅਖਵਾਉਣ ਵਾਲਿਆਂ ਨੇ ਜ਼ਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਕਿੱਤੇ ਦੇ ਨਾਂ ਦੇ ਉੱਤੇ ਸਦੀਆਂ ਤੋਂ ਸਾਡੇ ਲੋਕਾਂ ਦੀ ਦੁਰਦਸ਼ਾ ਕਰੀ ਰੱਖੀ ਵੀ ਇਹਨਾਂ ਨੂੰ ਹੱਕ ਹੀ ਕੋਈ ਨਹੀਂ। ਪਰ ਤੁਸੀਂ ਕਦੇ ਵਿਚਾਰ ਕੇ ਵੇਖੋ, ਜਿਹੜਾ ਇਨਕਲਾਬ ਭਗਤ ਰਵਿਦਾਸ ਸਾਹਿਬ ਜੀ ਦੇ ਬਚਨਾਂ ਤੇ ਜੀਵਨ ਦੇ ਵਿੱਚੋਂ ਪ੍ਰਗਟ ਹੋਇਆ ਹੈ, ਉਹ ਵਿਦਵਾਨ ਪੰਡਤ ਨਹੀਂ ਪੈਦਾ ਕਰ ਸਕਿਆ। ਜਿਹੜਾ ਇਨਕਲਾਬ ਕਬੀਰ ਸਾਹਿਬ ਜੀ ਨੇ ਆਪਣੇ ਜੀਵਨ 'ਚ ਪੈਦਾ ਕੀਤਾ, ਖੱਡੀ ਚਲਾਉਂਦਿਆਂ, ਕਿਰਤ ਕਰਦਿਆਂ, ਹੱਕ ਨਾ ਹੋਣ ਦੇ ਬਾਵਜੂਦ ਵੀ ਇੰਨੀ ਉੱਚੀ ਸਿਖਰ ਹੈ ਉਹਨਾਂ ਦੀ ਗਿਆਨ ਦੀ, ਉਹ ਵਿਦਵਾਨ ਪੰਡਤ ਜਿਹੜੇ ਅਖਵਾਉਣ ਵਾਲੇ ਸਨ ਉਹ ਵੀ ਪੈਦਾ ਨਹੀਂ ਕਰ ਸਕੇ, ਬਹੁਤੀਆਂ ਫਿਲਾਸਫੀਆਂ ਜਾਣਨ ਵਾਲੇ। ਕਾਰਨ ਕਿਉਂਕਿ ਉਹਨਾਂ ਨੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰ ਲਿਆ। ਪੰਡਤਾਂ ਨੇ ਕੇਵਲ ਫੋਕਾ ਗਿਆਨ ਲੋਕਾਂ ਦੇ ਪੱਲੇ ਪਾਇਆ, ਲੋਕਾਂ ਨੂੰ ਕੇਵਲ ਦੱਸਿਆ, ਸ਼ਾਸਤਰਾਂ 'ਚ ਇਹ ਲਿਖਿਆ, ਸਿਮਰਤੀਆਂ 'ਚ ਇਹ ਲਿਖਿਆ, ਕਮਾਈ ਕੋਈ ਨਹੀਂ ਸੀ। ਸੱਚ ਵਾਲੇ ਪਾਸੇ ਇੱਕ ਪੈਰ ਵੀ ਨਹੀਂ ਸਨ ਤੁਰੇ। ਇਸ ਉਲਝਣ ਦਾ ਇੱਕ ਬੜਾ ਹੀ ਢੁਕਵਾਂ ਜਵਾਬ ਦਿੱਤਾ ਹੈ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ। ਉਹ ਕਹਿੰਦੇ ਨੇ, ਪੜ੍ਹੀਐ ਬੰਦਾ ਪੜ੍ਹਦਾ ਹੈ, ਗੁਣੀਐ ਬੰਦਾ ਗੁਣ ਗਣਾਉਂਦਾ ਗਾਉਂਦਾ ਹੈ, ਨਾਮ ਸਭ ਸੁਣੀਐ ਬੰਦਾ ਰੱਬ ਬਾਰੇ ਬਹੁਤ ਗੱਲਾਂ ਸੁਣਦਾ ਹੈ ਤੇ ਸੁਣਾਉਂਦਾ ਹੈ, ਧਰਮ ਗ੍ਰੰਥਾਂ ਦੇ ਪਠਨ ਪਾਠ ਬੜਾ ਕੁਝ ਕਰਦਾ ਹੈ। ਅਨ ਭਉ ਭਾਉ ਨਾ ਦਰਸ਼ੈ, ਕਹਿੰਦੇ ਉਹਦੇ ਅੰਦਰ ਫੀਲਿੰਗ ਉਹ ਪੈਦਾ ਨਹੀਂ ਹੁੰਦੀ ਜਿਹੜੀ ਹੋਣੀ ਚਾਹੀਦੀ, ਅੰਦਰੋਂ ਉਹ ਜਜ਼ਬਾਤ ਨਹੀਂ ਬਣਦੇ
ਗੱਲ ਬੰਦਾ ਦਿਮਾਗੀ ਤੌਰ ਤੇ ਸੁਣ ਲੈਂਦਾ, ਕਹਿ ਵੀ ਲੈਂਦਾ, ਬਸ ਇੱਥੋਂ ਤੱਕ ਸਾਰੀ ਗੱਲ ਕਹਾਣੀ ਜਿਹੜੀ ਉਹ ਖੜੀ ਹੈ। ਅਨੁਭਵ ਭਾਵ ਨਾ, ਅਨੁਭਵ ਨਹੀਂ ਹੈ ਉਸ ਦੇ ਅੰਦਰ, ਮਹਿਸੂਸ ਨਹੀਂ ਹੈ, ਫੀਲਿੰਗ ਨਹੀਂ ਹੈ ਉਹਦੇ ਅੰਦਰ। ਫਿਰ ਅਗਲੀ ਗੱਲ ਜਿਹੜੀ ਹੈ, ਕਹਿੰਦੇ ਨੇ ਲੋਹਾ ਕੰਚਨ ਹਿਰਨ ਹੋਏ ਕੈਸੇ। ਜਿਹੜਾ ਲੋਹਾ ਹੈ, ਗਲਿਆ ਸੜਿਆ ਲੋਹਾ ਹੈ, ਪੁਰਾਣੀ ਉਦਾਹਰਣ ਸੀ ਇਹ ਵੀ ਜੋ ਪਾਰਸ ਖਾਸ ਕਿਸਮ ਦੇ ਪੱਥਰ ਨਾਲ ਉਹਨੂੰ ਰਗੜ ਦਈਏ ਨਾ ਤੇ ਉਹ ਲੋਹਾ ਵੀ ਸੋਨਾ ਬਣ ਜਾਂਦਾ ਹੈ। ਪਰ ਭਗਤ ਰਵਿਦਾਸ ਜੀ ਉਦਾਹਰਣ ਵਰਤਦੇ ਨੇ। ਚਲੋ ਮੈਂ ਇਹ ਉਦਾਹਰਣ ਨੂੰ ਸੱਤ ਮੰਨਦਾ, ਪਰ ਇੱਕ ਗੱਲ ਦੱਸੋ, ਜੇ ਲੋਹਾ ਸਦੀਆਂ ਤੱਕ ਵੀ ਪਾਰਸ ਦੇ ਕੋਲ ਪਿਆ ਰਹੇ, ਸੋਨਾ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਪਾਰਸ ਪੱਥਰ ਨਾਲ ਛੂ ਨਹੀਂ ਜਾਂਦਾ। ਇੱਕ ਐਗਜ਼ਾਮਪਲ ਦਿੱਤੀ, ਉਦਾਹਰਣ ਦਿੱਤੀ, ਕਹਿੰਦੇ ਜੇ ਤੁਹਾਡਾ ਹਿਰਦਾ, ਤੁਹਾਡਾ ਮਨ ਉਸ ਗੱਲ ਨੂੰ ਮਹਿਸੂਸ ਨਹੀਂ ਕਰਦਾ, ਜਿਉਂਦਾ ਨਹੀਂ, ਤਾਂ ਗੌਰ ਕਰੋ, ਤੁਸੀਂ ਪਾਰਸ ਪੱਥਰ ਦੇ ਨੇੜੇ ਪਏ ਲੋਹੇ ਵਰਗੇ ਹੋ ਸਕਦੇ ਹੋ, ਸੋਨਾ ਕਦੇ ਨਹੀਂ ਬਣ ਸਕਦੇ। ਬੰਦਾ ਕਹਿ ਦਿੰਦੇ ਨਾ, ਵੇਖੋ ਮੇਰੇ ਵਰਗੇ ਇਨਸਾਨ ਦੀ ਗਲਤੀ ਵੇਖ ਕੇ ਕੋਈ ਆਖੇਗਾ, ਕੋਈ ਬੰਦਾ ਇੰਨੀ ਬਾਣੀ ਪੜ੍ਹਨ ਵਾਲਾ ਹੈ, ਲੋਕਾਂ ਨੂੰ ਮੱਤ ਦੇਣ ਵਾਲਾ ਹੈ, ਗੁਰੂ ਦੇ ਕੋਲ ਰਹਿਣ ਵਾਲਾ, ਇਹਦਾ ਵੀ ਇਹ ਹਾਲ ਹੈ, ਇਹਦਾ ਵੀ ਹੈ। ਲੋਕਾਂ ਦੇ ਮਨ ਅੰਦਰ ਖਿਆਲ ਉਪਜੇਗਾ, ਸੁਭਾਵਿਕ ਗੱਲ ਹੈ, ਕਿਉਂਕਿ ਉਹ ਮੰਨੀ ਬੈਠੇ ਸਨ ਇਹ ਬੰਦਾ ਧਰਮੀ ਹੈ, ਧਰਮਾਤਮਾ ਹੈ। ਪਰ ਜਦੋਂ ਮੇਰਾ ਔਗਣ ਉਹਨਾਂ ਦੇ ਸਾਹਮਣੇ ਆਇਆ, ਉਹ ਹੈਰਾਨ ਹੋ ਗਏ। ਤੇ ਕਈ ਤਾਂ ਐਸਾ ਵੀ ਸੋਚਣ ਲੱਗ ਜਾਣਗੇ, ਗੁਰੂ ਇਹਨੂੰ ਬਦਲ ਨਹੀਂ ਸਕਿਆ, ਧਰਮ ਇਹਦੇ ਜੀਵਨ 'ਚ ਤਬਦੀਲੀ ਨਹੀਂ ਪੈਦਾ ਕਰ ਸਕਿਆ, ਜ਼ਰੂਰ ਇਹਦੇ ਗੁਰੂ 'ਚ ਘਾਟ ਹੋਏਗੀ, ਜ਼ਰੂਰ ਇਹਦੇ ਧਰਮ ਵਿੱਚ ਖੋਟ ਹੋਏਗਾ। ਨਹੀਂ, ਕਹਾਣੀ ਇਹ ਹੈ ਕਿ ਉਸ ਧਰਮ ਨੂੰ ਮੈਂ ਆਪਣੇ ਜੀਵਨ 'ਚ ਅਪਲਾਈ ਨਹੀਂ ਕੀਤਾ, ਗੁਰੂ ਨੂੰ ਕਦੇ ਮਹਿਸੂਸ ਹੀ ਨਹੀਂ ਕੀਤਾ, ਗੁਰੂ ਦੇ ਪਿਆਰ ਨੂੰ ਮੈਂ ਮਾਣਿਆ ਤੱਕ ਨਹੀਂ। ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਇੱਕ ਉਦਾਹਰਣ ਅਸੀਂ ਹੋਰ ਦੇ ਦਿੰਦੇ ਹਾਂ ਅਕਸਰ, ਅਸੀਂ ਕਹਿੰਦੇ ਵੇਖੋ ਬੰਦਾ ਬੜਾ ਜੁੜਿਆ ਹੋਇਆ ਸੀ, ਗੁਰੂ ਦੇ ਕੋਲ ਜਾਂਦਾ ਸੀ, ਬਾਣੀ ਪੜ੍ਹਿਆ ਕਰਦਾ ਸੀ, ਵੇਖੋ ਕਿਹੜੇ ਰਾਹ ਪੈ ਗਏ, ਗਲਤ ਕੰਮਾਂ 'ਚ ਪੈ ਗਏ, ਟੁੱਟ ਗਏ। ਨਹੀਂ, ਇੱਕ ਬੇਨਤੀ ਕਰਦੇ ਹਾਂ, ਇਸ ਦਰ ਉੱਤੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਟੁੱਟਣ ਦੀ ਸੰਭਾਵਨਾ ਖਤਮ ਹੋ ਗਈ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ। ਤੁਸੀਂ ਕੱਢ ਸਕਦੇ ਹੋ ਪਾਣੀ ਨੂੰ ਵੱਖਰਾ, ਪਿਆ ਗਲਾਸ ਪਾਣੀ ਦਾ ਮੈਂ ਇਸ ਟੱਬ ਦੇ ਭਰੇ ਹੋਏ ਪਾਣੀ ਦੇ ਵਿੱਚ ਸੁੱਟਿਆ ਤੇ ਮੈਂ ਇਹੀ ਵਾਪਸ ਨਹੀਂ ਨਿਕਲ ਸਕਦਾ। ਉਹ ਜਿਹੜੇ ਟੁੱਟੇ ਹੋਣ ਦੀ ਗੱਲ ਅਸੀਂ ਕਰਦੇ ਆ ਨਾ, ਸੱਚ ਜਾਣੋ ਉਹ ਕਦੇ ਅੰਦਰੋਂ ਜੋੜੀ ਨਹੀਂ ਸਕਿਆ। ਜਿਹੜੇ ਜੁੜੇ ਨੇ ਅਗਲੇ ਚਰਖੜੀਆਂ ਤੇ ਚੜ ਕੇ ਟੁੱਟਣ ਦੀ ਗੁੰਜਾਇਸ਼ ਹੀ ਪੈਦਾ ਨਹੀਂ ਹੋ ਸਕੀ। ਇਹਦਾ ਭਾਵ ਕਿਤੇ ਕਾਣ ਰਹਿ ਗਈ ਸੀ, ਪਹਿਲਾਂ ਹੀ ਥਿੜਕਣ ਸੀ ਜੀਵਨ ਦੇ ਅੰਦਰ, ਪਹਿਲਾਂ ਹੀ ਝਟਕਾ ਵੱਜਿਆ, ਬੰਦਾ ਹੋ ਗਿਆ। ਸਾਨੂੰ ਲੱਗਿਆ ਟੁੱਟ ਗਿਆ ਹੈ, ਪਹਿਲਾਂ ਜੁੜਿਆ ਹੋਇਆ ਸੀ। ਨਹੀਂ, ਉਹਦੇ ਜੁੜਨ ਵਿੱਚ ਜ਼ਰੂਰ ਕਿਤੇ ਨਾ ਕਿਤੇ ਕੋਈ ਕਮੀ ਹੋਏਗੀ, ਕੋਈ ਥਿੜਕਣ ਹੋਏਗੀ, ਨਹੀਂ ਤੇ ਟੁੱਟਣ ਦਾ ਅਰਥ ਕੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਐਸੇ ਬਚਨ ਸਾਨੂੰ ਬਾਣੀ ਰਾਹੀਂ ਸਮਝਾ ਕੇ ਇਹ ਮਹਿਸੂਸ ਕਰਾਉਣਾ ਚਾਹੁੰਦੇ ਨੇ। ਅਨਭਉ ਭਾਉ ਨਾ ਦਰਸ਼ੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਤੋ ਮੈਂ ਬੇਨਤੀ ਇਹ ਕਰ ਰਿਹਾ ਸਾਂ, ਅਕਾਲ ਪੁਰਖ ਦੇ ਬਾਬਤ ਜਿਹੜੀ ਗੱਲ ਕਰਨੀ, ਧਰਮ ਬਾਬਤ ਜੋ ਜਾਣਨਾ, ਇਹ ਜੇ ਬੌਧਿਕ ਪੱਧਰ ਉੱਤੇ ਹੈ, ਸਾਰਾ ਕੁਝ ਬੁੱਧੀ ਦੇ ਤਲ ਉੱਤੇ ਹੈ, ਤਾਂ ਫਿਰ ਇਹ ਜਾਣਕਾਰੀ ਬਹੁਤ ਵੱਡੀ ਚੀਜ਼ ਹੈ। ਪਰ ਜੇ ਇਹਨੂੰ ਕਮਾਇਆ ਨਹੀਂ, ਬੰਦੇ ਨੇ ਅਪਲਾਈ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਘੱਟੋ ਘੱਟ ਉਹ ਜਾਣਕਾਰ ਹੋ ਸਕਦਾ ਹੈ, ਪਰ ਗਿਆਨੀ ਬਿਲਕੁਲ ਨਹੀਂ ਹੋ ਸਕਦਾ। ਗਿਆਨੀ ਤੇ ਉਹ ਹੈ ਜਿਸ ਨੇ ਉਸ ਦਾ ਰਸ ਪਾ ਲਿਆ, ਜਿਸ ਨੇ ਉਹਨੂੰ ਸਹੀ ਅਰਥਾਂ ਦੇ ਵਿੱਚ ਜੀ ਲਿਆ, ਜਿਸ ਨੇ ਉਸ ਨੂੰ ਹੰਢਾ ਲਿਆ, ਉਸ ਰਾਹ ਦੇ ਉੱਤੇ ਤੁਰ ਕੇ ਤਜਰਬਾ ਕਰ ਲਿਆ, ਉਹ ਗਿਆਨੀ ਹੈ। ਇਹ ਫਰਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਸ਼ਬਦਾਂ ਦਾ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਅਹਿਸਾਸ ਨਹੀਂ। ਉਹ ਸਾਡੇ ਮਨ ਦੀ ਅਵਸਥਾ ਦਰਅਸਲ ਦੱਸ ਰਹੇ ਨੇ ਵੀ ਅਹਿਸਾਸ ਨਹੀਂ ਸਨ। ਵੇਖੋ ਅਸੀਂ ਰੋਜ਼ ਕਹਿੰਦੇ ਆ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਧਾਰਮਿਕ ਪਿਤਾ ਹਨ, ਪਰ ਤੁਸੀਂ ਕਦੇ ਖਿਆਲ ਕਰਕੇ ਵੇਖੋ ਕਿ ਅਸੀਂ ਗੁਰੂ ਦੇ ਪੁੱਤਰ ਵਾਂਗ ਜੀਣਾ ਸ਼ੁਰੂ ਕੀਤਾ? ਕਦੇ ਅਹਿਸਾਸ ਕੀਤਾ ਮੈਂ ਗੁਰੂ ਦਾ ਪੁੱਤਰ? ਇਹ ਤਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਿਤਾ ਨੇ, ਪਰ ਆਪਣੇ ਮਨ ਨੂੰ ਪੁੱਛ ਕੇ ਵੇਖੀਏ, ਮੈਂ ਪੁੱਤਰ ਹਾਂ, ਮੈਂ ਧੀ ਹਾਂ? ਏਡੇ ਕਾਬਲ ਰਹਿਬਰ ਦੇ, ਏਡੇ ਸੰਪੂਰਨ ਰਹਿਬਰ ਦੇ ਪੁੱਤਰ ਅਖਵਾਉਣ ਦਾ ਤੇ ਧੀ ਅਖਵਾਉਣ ਦਾ ਅਹਿਸਾਸ ਕਦੇ ਸਾਡੇ ਮਨ ਅੰਦਰ ਹੋਇਆ? ਚਾਹ ਮਨ ਨੂੰ ਹੋਇਆ ਵੀ ਕਮਾਲ ਹੈ, ਖਿਮਾ ਕਰੋ ਨਹੀਂ ਹੁੰਦਾ। ਵੈਸੇ ਇਹ ਗੱਲ ਅਸੀਂ ਬਹੁਤ ਘੱਟ ਕੇ ਇਹ ਜ਼ਰੂਰ ਕਹਿੰਦੇ ਆ ਮਹਾਰਾਜ ਸਾਡੇ ਪਿਤਾ ਨੇ, ਪਰ ਅਸੀਂ ਇਹ ਕਦੇ ਨਹੀਂ ਕਹਿੰਦੇ ਅਸੀਂ ਉਹਦੇ ਪੁੱਤਰ ਹਾਂ, ਅਸੀਂ ਉਹਦੀਆਂ ਧੀਆਂ ਹਾਂ। ਇੱਥੇ ਆ ਕੇ ਫਰਕ ਪੈ ਗਿਆ, ਅਹਿਸਾਸ ਨਹੀਂ ਹੈ।
ਕਹਿਣ ਦੀ ਗੱਲ ਕੀ ਹੈ, ਜੋ ਮਰਜ਼ੀ ਕਹਿ ਲਓ। ਕਹਿਣ ਵਾਲੀ ਗੱਲ ਤੇ ਬੜੀ ਵਧੀਆ ਹੈ, ਪਰ ਅਹਿਸਾਸ ਬਿਲਕੁਲ ਨਹੀਂ ਹੈ ਮਨ ਅੰਦਰ। ਇੱਕ ਉਦਾਹਰਣ ਦਿੰਦਾ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਤੁਸੀਂ ਸੋਦਰ ਸ਼ਾਮ ਦੇ ਰਹਿਰਾਸ ਦੇ ਪਾਠ ਦੇ ਵਿੱਚ ਪੜ੍ਹਦੇ ਹੋ। ਸ਼ਬਦ ਬੜਾ ਪਿਆਰਾ ਹੈ। ਉਸ ਵਿੱਚ ਹਜ਼ੂਰ ਨੇ ਬੜੀ ਹੀ ਪਿਆਰੀ ਇਬਾਰਤ ਵਰਤੀ ਹੈ। ਹਜ਼ੂਰ ਕਹਿੰਦੇ ਨੇ, ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ਼। ਹੇ ਮੇਰੇ ਮਿੱਤਰ ਗੁਰੂ, ਮੇਰੇ ਹਿਰਦੇ ਵਿੱਚ ਰੱਬ ਦੇ ਨਾਮ ਦਾ ਚਾਨਣ ਕਰ ਦੇ। ਹੁਣ ਵੇਖੋ, ਕਾਲੀ ਕਾਲੀ ਚ ਪੜ ਜਾਣੀ ਗੱਲ ਹੋਰ ਹੈ, ਪਰ ਥੋੜਾ ਜਿਹਾ ਚਿੱਥ ਕੇ, ਸਵਾਦ ਲੈ ਕੇ, ਰਸ ਲੈ ਕੇ ਤੁਸੀਂ ਪੜ ਕੇ ਵੇਖੋ। ਹੋ ਸਕਦਾ ਹੈ ਤੁਸੀਂ ਬਹੁਤੀ ਦੌੜ ਲੰਮੀ ਨਾ ਲਾ ਸਕੋ, ਇਹ ਕੋਈ ਦਾਵਾ ਨਹੀਂ ਹੈ, ਪਰ ਹਾਂ ਇੰਨਾ ਕੁ ਜ਼ਰੂਰ ਹੈ ਵੀ ਜਿੰਨਾ ਕੁ ਪੜੋਗੇ ਨਾ, ਤੁਹਾਡੇ ਹੱਡੀ ਜ਼ਰੂਰ ਰਚ ਜਾਏਗਾ। ਸੁਰਤ ਵਿੱਚ ਇਸ ਤਰ੍ਹਾਂ ਵਸ ਜਾਏਗਾ ਜਿਵੇਂ ਨਿੱਕਾ ਨਿੱਕਾ ਮੀਂਹ ਪੈ ਕੇ ਜ਼ਮੀਨ 'ਚ ਪਾਣੀ ਜੀਰ ਜਾਂਦਾ ਹੈ ਨਾ, ਇਸ ਤਰ੍ਹਾਂ ਗੁਰੂ ਦਾ ਇੱਕ ਇੱਕ ਸ਼ਬਦ ਸਾਡੀ ਸੁਰਤ ਵਿੱਚ ਆਪਣੀ ਪਕੜ ਥਾਂ ਬਣਾ ਦਿੰਦਾ। ਇਹ ਫਰਕ ਹੈ। ਮੈਂ ਹੈਰਾਨ ਹੁੰਨਾ, ਅਸੀਂ ਜਦੋਂ ਦੌੜਾਂ 'ਚ ਪੈ ਜਾਂਦੇ, ਮੈਂ ਇੰਨਾ ਕਰ ਲਿਆ, ਮੈਂ ਇੰਨੇ ਪਾਠ ਕਰ ਲਏ। ਚੰਗੀ ਗੱਲ ਹੈ, ਵੱਧ ਪੜ੍ਹਨਾ ਚਾਹੀਦਾ, ਪਰ ਉਸ ਪੜ੍ਹੇ ਦਾ ਖਿਮਾ ਕਰਿਓ ਕੀ ਅਰਥ ਹੈ ਜਿਸ ਵਿੱਚੋਂ ਤੁਸੀਂ ਪਾਇਆ ਕੁਝ ਵੀ ਨਹੀਂ, ਲੱਭਿਆ ਕੁਝ ਵੀ ਨਹੀਂ, ਮਹਿਸੂਸ ਕੁਝ ਵੀ ਨਹੀਂ ਕੀਤਾ। ਇਹ ਤਾਂ ਉਵੇਂ ਦੀ ਗੱਲ ਹੈ, ਬੰਦਾ ਨਦੀ ਤਰ ਕੇ ਲੰਘ ਗਿਆ ਤੇ 4 ਕੁ ਲਾਂਘਾਂ ਉਹਨੇ ਗਾਂਹ ਪੁੱਟੀਆਂ ਤੇ ਗਸ਼ ਖਾ ਕੇ ਡਿੱਗ ਪਿਆ। ਕਿਸੇ ਨੇ ਆਖਿਆ ਇਹਨੂੰ ਸ਼ਾਇਦ ਪਾਣੀ ਨਾਲ ਠੰਡ ਲੱਗ ਗਈ ਹੈ, ਕਿਸੇ ਨੇ ਆਖਿਆ ਇਹਨੂੰ ਕੋਈ ਹੋਰ ਬਿਮਾਰੀ ਹੋਏਗੀ। ਸਾਰਿਆਂ ਨੇ ਆਪਣੇ ਆਪਣੇ ਅੰਦਾਜ਼ੇ ਲਾਏ। ਚਲੋ ਉਹਨੂੰ ਹੋਸ਼ ਲਿਆਂਦੀ, ਤਲੀਆਂ ਤੁਲੀਆਂ ਝੱਸ ਕੇ ਪੁੱਛਿਆ ਹੋਇਆ ਕੀ? ਕਹਿੰਦਾ ਮੈਨੂੰ ਤਾਂ ਤੇ ਬੜੇ ਚਿਰ ਦੀ ਲੱਗੀ ਏ। ਸਾਰੇ ਹੈਰਾਨ। ਉਸ ਬੰਦੇ ਨੂੰ ਆਖਣ ਲੱਗੇ ਵੀ ਤੂੰ ਕਮਾਲ ਦਾ ਬੰਦਾ ਹੈ, ਅਸੀਂ ਤੇ ਸੋਚਿਆ ਤੈਨੂੰ ਕੋਈ ਹੋਰ ਬਿਮਾਰੀ ਹੋਣੀ ਹੈ ਜਿਹੜਾ ਤੂੰ ਡਿੱਗ ਪਿਆ। ਤੂੰ ਐਡੀ ਵੱਡੀ ਨਦੀ ਤਰ ਕੇ ਲੰਘ ਆਇਆ, ਦਰਿਆ ਪਾਰ ਕਰਕੇ ਆਇਆ, 2 ਘੁੱਟਾਂ ਪਾਣੀ ਦੀਆਂ ਨਾ ਭਰੀਆਂ ਗਈਆਂ ਤੇਰੇ ਕੋਲੋਂ, ਕਿਉਂ ਮੌਤ ਸਹੇੜਦਾ? ਪਾਣੀ ਦੀਆਂ 4 ਘੁੱਟਾਂ ਵੀ ਭਰੀ ਆਉਂਦਾ, ਨਦੀ ਦਾ ਤਰਨ ਦਾ ਸ਼ੌਂਕ ਹੈ ਤੇ ਪਾਣੀ ਵੀ ਪੀ ਲੈਂਦਾ। ਸਾਰੀ ਨਦੀ ਪਾਣੀ ਨਾਲ ਹੀ ਭਰੀ ਪਈ, ਫਿਰ ਵੀ ਬੰਦਾ ਪਿਆਸਾ ਹੈ, ਗਸ਼ ਖਾ ਕੇ ਡਿੱਗ ਪਿਆ। ਜੇ ਅਸੀਂ ਦੌੜ ਬਹੁਤ ਵੱਡੀ ਲਾ ਲਈਏ ਨਾ ਧਰਮ ਗ੍ਰੰਥ ਪੜ੍ਹਨ ਵਾਲੇ ਪਾਸੇ, ਖਿਮਾ ਕਰਨਾ, ਜੇ ਅਸੀਂ ਉਸ ਵਿੱਚੋਂ ਗ੍ਰਹਿਣ ਕੁਝ ਨਹੀਂ ਕੀਤਾ ਤਾਂ ਉਹ ਨਦੀ ਤਰ ਕੇ ਪਿਆਸਾ ਬੰਦਾ ਗਸ਼ ਖਾ ਕੇ ਡਿੱਗ ਪਿਆ, ਸਾਡੀ ਹਾਲਤ ਬਿਲਕੁਲ ਉਸ ਬੰਦੇ ਵਰਗੀ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਹ ਬਾਤ ਸਮਝਾਉਂਦੇ ਨੇ। ਖੈਰ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਮੀਤ ਗੁਰਦੇਵ। ਹੁਣ ਤੁਸੀਂ ਕਦੇ ਵੇਖੋ, ਗੁਰੂ ਨੂੰ ਮਿੱਤਰ ਵੀ ਆਖਿਆ ਵੀ ਹੇ ਸਤਿਗੁਰੂ ਤੂੰ ਮੇਰਾ ਮਿੱਤਰ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਗੁਰੂ ਮੇਰਾ ਮਿੱਤਰ ਹੈ। ਹੁਣ ਗੁਰੂ ਨਾਲ ਮਿੱਤਰ ਵਾਲਾ ਵੀ ਸੰਬੰਧ ਹੈ, ਬਾਪ ਵਾਲਾ ਵੀ ਸੰਬੰਧ ਹੈ, ਮਾਂ ਵਾਲਾ ਵੀ ਸੰਬੰਧ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ। ਹੁਣ ਬੌਧਿਕ ਤੌਰ ਤੇ ਤਾਂ ਜਾਣਕਾਰੀ ਹੋ ਗਈ ਵੀ ਬਾਣੀ 'ਚ ਲਿਖਿਆ ਹੈ ਗੁਰੂ ਮਾਂ ਹੈ, ਗੁਰੂ ਬਾਪ ਹੈ, ਗੁਰੂ ਰਿਸ਼ਤੇਦਾਰ ਹੈ, ਗੁਰੂ ਮਿੱਤਰ ਹੈ। ਪਰ ਸਵਾਲ ਹੈ ਇਸ ਦਾ ਅਹਿਸਾਸ ਕਰਨ ਦਾ। ਜਿੰਨਾ ਚਿਰ ਇਸ ਨੂੰ ਤੁਸੀਂ ਮਹਿਸੂਸ ਨਹੀਂ ਕਰਦੇ, ਅਹਿਸਾਸ ਨਹੀਂ ਕਰਦੇ, ਉਹਨਾਂ ਚਿਰ ਇਹ ਗੱਲਾਂ ਕੇਵਲ ਬੌਧਿਕ ਪੱਧਰ ਉੱਤੇ ਨੇ, ਹੋਰ ਕੀ ਹੈ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਅਹਿਸਾਸ ਦੀ ਗੱਲ ਸਮਝਾ ਰਹੇ ਨੇ। ਕਹਿੰਦੇ ਨੇ ਵੀ ਮੈਂ ਇਸ ਗੱਲ ਦਾ ਅਹਿਸਾਸ ਨਹੀਂ ਕਰ ਰਿਹਾ ਵੀ ਤੈਨੂੰ ਭੁਲਾ ਕੇ ਮੇਰੀ ਹਾਲਤ ਕੀ ਹੋ ਜਾਏਗੀ। ਵੈਸੇ ਬਾਣੀ 'ਚ ਮਹਾਰਾਜ ਨੇ ਕਿਹਾ ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਹੀ ਥਾਉ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆਪੁਰ। ਜਿੰਨੀਆਂ ਚੀਜ਼ਾਂ ਅਸੀਂ ਮਿੱਠੀਆਂ ਕਰਕੇ ਸਮਝੇ ਨਾ ਵੀ ਇੱਥੋਂ ਆਨੰਦ ਆਏਗਾ, ਸੁੱਖ ਮਿਲੇਗਾ, ਉਹ ਸਾਰੀਆਂ ਦੁੱਖਦਾਈ ਬਣਦੀਆਂ ਗਈਆਂ, ਤਕਲੀਫ ਹੀ ਦਿੰਦੀਆਂ ਗਈਆਂ। ਕਿਉਂ? ਕਿਉਂਕਿ ਵਜ੍ਹਾ ਕੁਝ ਹੋਰ ਸੀ। ਪਦਾਰਥ ਤੇ ਮਿਲ ਗਿਆ, ਦਾਤ ਤੇ ਮਿਲ ਗਈ, ਪਰ ਦਾਤਾਰ ਵਿਸਰ ਗਿਆ ਵਿੱਚੋਂ। ਹੁਣ ਦਾਤਾਰ ਤੋਂ ਬਿਨਾਂ ਦਾਤ ਦਾ ਕੀ ਅਰਥ ਹੈ? ਕੋਈ ਅਰਥ ਨਹੀਂ। ਉਹ ਦਾਤਾਂ ਤ੍ਰਿਸ਼ਨਾ ਪੈਦਾ ਕਰਦੀਆਂ ਗਈਆਂ, ਭੁੱਖ ਪੈਦਾ ਕਰਦੀਆਂ ਗਈਆਂ, ਲਾਲਚ ਪੈਦਾ ਕਰਦੀਆਂ ਗਈਆਂ। ਬੰਦਾ ਉਹਨਾਂ ਚੀਜ਼ਾਂ ਨਾਲ ਦੁਖੀ ਹੁੰਦਾ ਗਿਆ। ਤੋ ਜਿਹੜੇ ਅਸੂਲ ਬਣਾਉਣ ਵਾਲਾ ਜਿਹੜਾ ਕਾਦਰ ਹੈ, ਦਾਤਾਂ ਦੇਣ ਵਾਲਾ ਜਿਹੜਾ ਦਾਤਾਰ ਹੈ, ਉਹ ਜ਼ੇਨ ਵਿੱਚ ਨਹੀਂ, ਉਹਦਾ ਖਿਆਲ ਹੀ ਨਹੀਂ ਆਇਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕਉ ਠਰੋਵੈ, ਕਰਮ ਧਰਮ ਸਗਲਾ ਹੀ ਖੋਵੈ।
ਹੁਕਮ ਨਾ ਬੂਝੈ ਆਵਣ ਜਾਣੇ, ਪਾਪ ਕਰੇ ਤਾਂ ਪਛੋਤਾਣੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਭਜ ਮਨ ਮੇਰੇ, ਮੇਰੇ ਮਨਾ ਤੂੰ ਅਕਾਲ ਪੁਰਖ ਨੂੰ ਸਿਮਰ। ਭਜ ਦਾ ਅਰਥ ਹੁੰਦਾ ਉਹਨੂੰ ਚੇਤੇ ਵਿੱਚ ਰੱਖ। ਵੇਖੋ ਹੁਣ ਮਨ ਦੇ ਪੱਧਰ ਉੱਤੇ ਗੁਰੂ ਮਹਾਰਾਜ ਕਹਿ ਰਹੇ ਨੇ, ਮਨਾ ਚੇਤੇ ਕਰ, ਮਨਾ ਧਿਆਨ ਵਿੱਚ ਲਿਆ, ਮਨਾ ਉਹਦੇ ਖਿਆਲ, ਉਹਦੇ ਵੱਲ ਖਿਆਲ ਕਰ, ਮਨਾ ਉਸ ਨੂੰ ਚਿੰਤਨ ਵਿੱਚ ਲਿਆ। ਹੁਣ ਚਿੰਤਨ ਕਿਹਨੇ ਕਰਨਾ ਹੈ ਜੀ? ਮਨ ਨੇ ਕਰਨਾ ਹੈ। ਮਨ ਨੇ। ਬੜੀ ਗੁੰਝਲਦਾਰ ਗੱਲ ਆਖੀ ਹੈ ਸਤਿਗੁਰਾਂ ਨੇ, ਤੇ ਹੈ ਬੜੀ ਸਪਸ਼ਟ, ਹੈ ਬੜੀ ਗੁੱਝੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਹੇ ਮੇਰੇ ਮਨ ਤੂੰ ਉਹਨੂੰ ਭਜ। ਬਾਰ-ਬਾਰ ਕਹੇ, ਕਹੋ ਨਾਨਕ ਹਰ ਭਜ ਮਨਾ। ਮਨ ਨੂੰ ਹੀ ਬਾਰ-ਬਾਰ ਕਹੇ, ਮਨਾ ਤੂੰ ਜਪੇ ਤੇ ਗੱਲ ਬਣਦੀ ਏ। ਬੰਦਾ ਜ਼ਬਾਨ ਨਾਲ ਕਿੰਨਾ ਕੁ ਚਿਰ, ਅਖੀਰ ਤਾਂ ਥੱਕੇਗਾ ਹੀ ਨਾ ਜੀ, ਕਿੰਨਾ ਕੁ ਸੁਣੇਗਾ। ਸਾਡੇ ਮੈਡੀਕਲ ਸਾਇੰਸ ਆਖਦੀ ਵੀ ਬੰਦੇ ਦੀ ਸੁਣਨ ਦੀ ਵੀ ਕੁਝ ਹੱਦ ਹੈ, ਲਿਮਟ ਹੈ, ਤੇ ਬੋਲਣ ਦੀ ਵੀ ਕੁਝ ਲਿਮਟ ਹੈ। ਕਿੰਨਾ ਕੁ ਬੋਲੋਗੇ ਤੁਸੀਂ? ਆਖਰ ਲਿਮਟ ਹੈ ਨਾ। ਤੁਰਨ ਦੀ ਵੀ ਲਿਮਟ ਹੈ। ਹਰ ਬੰਦੇ ਦੀ ਬੋਡੀ ਦੇ ਹਿਸਾਬ ਨਾਲ ਉਹਦੇ ਬੋਲਣ ਦੀ, ਸੁਣਨ ਦੀ, ਵੇਖ, ਹਰ ਚੀਜ਼ ਲਿਮਟਡ ਹੈ। ਆਪਣੀ ਲਿਮਟ ਤੋਂ ਵੱਧ ਜਦੋਂ ਉਹ ਜਾਏਗਾ, ਬੈਲੈਂਸ ਵਿਗੜੇਗਾ, ਕੀ ਹੋਏਗਾ? ਬਿਮਾਰੀ ਸੇੜ ਲਏਗਾ, ਸਰੀਰ ਖਰਾਬ ਹੋਏਗਾ। ਹਰ ਚੀਜ਼ ਦੀ ਲਿਮਟ ਹੈ ਨਾ। ਮੈਂ ਕਿੰਨਾ ਖਾ ਸਕਦਾ, ਮੇਰੇ ਸਰੀਰ ਦੀ ਲਿਮਟ ਹੈ। ਉਹਨੂੰ ਕ੍ਰੋਸ ਕਰਾਂਗਾ, ਬਿਮਾਰੀ ਲੱਗੇਗੀ। ਮੈਂ ਕਿੰਨਾ ਚਿਰ ਭੁੱਖਾ ਰਹਿ ਸਕਦਾ, ਮੇਰੀ ਲਿਮਟ ਹੈ, ਮੇਰੇ ਬੋਡੀ ਦੇ ਹਿਸਾਬ ਨਾਲ। ਮੈਂ ਕਿੰਨਾ ਬੋਲ ਸਕਦਾ, ਮੇਰੇ ਤੋਂ ਵੱਧ ਬੋਲਣ ਵਾਲੇ ਵੀ ਹੋਣਗੇ, ਘੱਟ। ਅਖੀਰ ਹਰ ਬੰਦਾ ਇੱਕ ਲਿਮਟ ਵਿੱਚ ਜੀ ਰਿਹਾ। ਸਰੀਰ ਦੀ ਹਰ ਇੱਕ ਹੱਦ ਹੁੰਦੀ ਹੈ। ਹੁਣ ਗੌਰ ਕਰਨਾ, ਮੈਂ ਜ਼ਬਾਨ ਨਾਲ ਕਿੰਨਾ ਕੁ ਬੋਲ ਸਕਦਾ? ਠੀਕ ਹੈ, ਜ਼ਬਾਨ ਜਿੰਨਾ ਸਾਨੂੰ ਆਗਿਆ ਹੈ ਬੋਲਣਾ ਵੀ ਚਾਹੀਦਾ। ਬਾਰ-ਬਾਰ ਬਾਣੀ ਚ ਮਹਾਰਾਜ ਨੇ ਵੀ ਕਿਹਾ, ਰਸਨਾ ਗੁਣ ਗੋਪਾਲ ਨਿਤ ਗਾਏ। ਉਹਨੂੰ ਇਗਨੋਰ ਨਹੀਂ ਕੀਤਾ, ਉਹਨੂੰ ਛੱਡਿਆ ਨਹੀਂ। ਪਰ ਆਖਰ ਇੱਕ ਹੱਦ ਹੈ ਨਾ ਬੰਦੇ ਦੀ, ਕਿੰਨਾ ਚਿਰ। ਪਰ ਅਗਲੀ ਗੱਲ, ਅਸੀਂ ਕਈ ਵਾਰ ਬਾਣੀ ਦਾ ਪਾਠ ਕਰਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਪਾਠ ਜਦੋਂ ਆਰੰਭ ਹੁੰਦਾ ਹੈ, ਅਸੀਂ ਕਹਿ ਦਿੰਦੇ, ਭਾਈ ਸਾਹਿਬ ਮੈਂ 2 ਘੰਟੇ ਤੋਂ ਵੱਧ ਬੈਠ ਨਹੀਂ ਸਕਣਾ, ਆ ਜ਼ਰੂਰ ਜਾਇਓ। ਅਸੀਂ ਪੱਕੀ ਕਰਦੇ ਹਾਂ। ਕੋਈ ਆਖਦਾ ਜੀ ਮੈਂ ਅੱਧਾ ਘੰਟਾ ਬਹਿ ਕੇ ਪਾਠ ਕਰ ਸਕਦਾ, ਇਹ ਤੋਂ ਵੱਧ ਮੇਰਾ ਸਰੀਰ ਨਹੀਂ ਚੱਲਦਾ, ਅੱਧਾ ਘੰਟਾ ਮੈਂ ਸੇਵਾ ਕਰਾਂ, ਤਾਂ ਇਹ ਲਿਮਟ ਹੈ। ਪਰ ਅਗਲੀ ਗੱਲ, ਕੀ ਰੱਬ ਨੂੰ ਕੇਵਲ ਜ਼ਬਾਨ ਦੇ ਪੱਧਰ ਉੱਤੇ ਹੀ ਯਾਦ ਕੀਤਾ ਜਾਣਾ? ਜੇ ਇਸ ਪੱਧਰ ਉੱਤੇ ਯਾਦ ਕੀਤਾ ਜਾਣਾ, ਫਿਰ ਤਾਂ ਬੜੀ ਛੇਤੀ ਆਪਣੀ ਲਿਮਟ ਦੇ ਹਿਸਾਬ ਨਾਲ ਅਸੀਂ ਉਹਨੂੰ ਛੱਡਣਾ ਪਏਗਾ, ਬੋਲਣਾ ਤਿਆਗਣਾ ਪਏਗਾ। ਪਰ ਜਦੋਂ ਸਤਿਗੁਰੂ ਦੀ ਬਾਣੀ ਆਖਦੀ ਉਹਨੂੰ ਮਨ ਦੇ ਪੱਧਰ ਉੱਤੇ ਅਸੀਂ ਯਾਦ ਕਰਦੇ ਹਾਂ, ਉਹ ਸਦਾ ਹੀ ਚੱਲਦਾ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਇਹ ਗੱਲਾਂ ਅਸੀਂ ਸਮਝਣੀਆਂ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਰ ਭਜ ਮਨ ਮੇਰੇ ਤਾਰ ਭਉਜਲ। ਇਹ ਸੰਸਾਰ ਰੂਪੀ ਭਵਜਲ। ਭਵਜਲ ਕਿਹਨੂੰ ਕਹੇ? ਜਗਤ ਨੂੰ। ਜਗਤ ਨੂੰ ਭਵਜਲ ਕਿਉਂ ਆਖਿਆ? ਜਗਤ ਨੂੰ ਇਸ ਅੰਦਾਜ਼ ਤੋਂ ਭਵਜਲ ਆਖਿਆ, ਸਾਡੇ ਸਾਹਮਣੇ ਤ੍ਰਿਸ਼ਨਾ ਹੈ, ਉਹਦੇ ਅਸੀਂ ਸ਼ਿਕਾਰ ਹੋ ਸਕਦੇ ਹਾਂ। ਸਾਡੇ ਸਾਹਮਣੇ ਕ੍ਰੋਧ ਹੈ, ਉਹਦੇ ਅਸੀਂ ਸ਼ਿਕਾਰ ਹੋ ਸਕਦੇ ਹਾਂ। ਲੋਭ ਹੈ, ਹਉਮੈ ਹੈ, ਈਰਖਾ ਹੈ, ਨਫ਼ਰਤ ਹੈ। ਇਹ ਔਗਣ ਨੇ ਜਿਨ੍ਹਾਂ ਦੇ ਅਸੀਂ ਬਾਰ-ਬਾਰ ਸ਼ਿਕਾਰ ਹੁੰਦੇ ਹਾਂ। ਅਸੀਂ ਵੀ ਦੁਖੀ ਹੁੰਦੇ ਹਾਂ, ਦੂਜੇ ਨੂੰ ਵੀ ਦੁਖੀ ਕਰਦੇ ਹਾਂ। ਇਹਨੂੰ ਭਵਜਲ ਆਖਿਆ। ਜੇ ਅਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਈਏ, ਪਰ ਕਿਵੇਂ ਹੋਵਾਂਗੇ? ਅਕਾਲ ਪੁਰਖ ਦੇ ਹੁਕਮ, ਗੁਰੂ ਦੇ ਉਪਦੇਸ਼ ਤੇ ਰੱਬ ਦੇ ਗੁਣਾਂ ਨਾਲ ਜੁੜ ਕੇ, ਫਿਰ ਅਸੀਂ ਇਹ ਤੋਂ ਮੁਕਤ ਹਾਂ। ਫਿਰ ਕ੍ਰੋਧ ਸਾਨੂੰ ਚਲਾ ਨਹੀਂ ਸਕਦਾ। ਹੁਣ ਸਾਨੂੰ ਖਿਮਾ ਕਰਨਾ, ਕ੍ਰੋਧ ਚਲਾ ਰਿਹਾ ਹੈ, ਕ੍ਰੋਧ ਚਲਾ ਰਿਹਾ ਹੈ ਸਾਨੂੰ। ਹੁਣ ਹਉਮੈ ਚਲਾ ਰਹੀ ਹੈ ਸਾਨੂੰ, ਫਿਰ ਹਉਮੈ ਨਹੀਂ ਚਲਾਏਗੀ। ਸੋਈ ਜਿਉ ਨਾ ਵੱਜਦਾ, ਜਿਸ ਅੱਲਾਹ ਕਰਦਾ ਸਾਰ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੂੰ ਧਾਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੇੜੀ ਦੇ ਸਮਾਨ, ਉਹਦੇ ਚ ਸਵਾਰ ਹੋ ਜਾ, ਮਨਾ ਤਰ ਜਾਏਗਾ। ਇਹਨਾਂ ਚੀਜ਼ਾਂ ਤੋਂ ਖਹਿੜਾ ਛੁੱਟ ਜਾਏਗਾ। ਪਰ ਇੱਕ ਹੋਰ ਬੜੀ ਸਵਾਦਲੀ ਗੱਲ ਉਹਨਾਂ ਇਸ ਸ਼ਬਦ ਵਿੱਚ ਕਹੀਏ, ਉਹ ਗੱਲ ਇਹ ਕਹਿਣ ਲੱਗੇ ਵੀ ਸੰਸਾਰ ਵਿੱਚ ਨਾ ਲੋਕ ਰੱਬ ਨੂੰ ਖੁਸ਼ ਕਰਨ ਵਾਸਤੇ, ਵੈਸੇ ਅਸੀਂ ਇਹ ਸ਼ਬਦ ਕਹਿ ਦਿੰਦੇ ਆ, ਸਾਡੇ ਬੋਲਚਾਲ ਦਾ ਹਿੱਸਾ ਜੋ ਬਣ ਗਿਆ ਵੀ ਬੰਦਿਆ ਤੂੰ ਇਹ ਕੰਮ ਕਿਉਂ ਕਰਦਾ ਹੈ? ਕਹਿੰਦਾ ਜੀ ਰੱਬ ਨੂੰ ਖੁਸ਼ ਕਰ ਰਹੇ। ਹੁਣ ਤੁਸੀਂ ਸੋਚੋ ਵੀ ਰੱਬ ਗੁੱਸੇ 'ਚ, ਰੱਬ ਨਾਰਾਜ਼ ਹੋ ਕੇ ਬੈਠਾ, ਰੱਬ ਖਿਜਿਆ ਹੋਇਆ, ਅਸੀਂ ਉਹਨੂੰ ਖਿਡੌਣਿਆਂ ਨਾਲ ਵਰਾਉਣ ਲੱਗੇ ਹੋਏ, ਰੱਬਾ ਤੂੰ ਖੁਸ਼ ਹੋ ਜਾਏ ਤੇ ਸਾਡਾ ਕੋਈ ਕੰਮ ਸਵਰ ਜਾਏ। ਅਸੀਂ ਸੋਚਦੇ ਹਾਂ ਸਾਡੇ ਵਾਂਗ ਰੱਬ ਵੀ ਗੁੱਸੇ 'ਚ ਹੈ, ਰੱਬ ਵੀ ਨਾਰਾਜ਼ ਹੈ, ਰੱਬ ਵੀ ਸਾਡੇ ਨਾਲ ਖਿਜਿਆ ਹੋਇਆ ਹੈ, ਤਾਂ ਚਲੋ ਕੋਈ ਭੇਟਾ ਦੇ ਦਿਓ, ਰੱਬ ਖੁਸ਼ ਹੋ ਜਾਏ।
चलो 2-4 वडियाई दे बोल कह दो, रब्बा तू बड़ा उच्चा है, तू बड़ा सियाणा है, बड़ा धन है, हो सकता है वो अपनी वडियाई सुन के थोड़ा जिहा खुश हो जाए भी चलो बंदे ने मैनू चंगा ते आख्या। पर बाणी च तां महाराज ने कहा वड्डा दाता तेल ना तमाए, क्यों तो बड़ा वड्डा है, उन्होंने तमा कोई नहीं, लालच कोई नहीं। जे तू आखे ना, सतगुरु बाणी च कहते ने भी जे सब मिल के आखण पाहे, जे सारी दुनिया ही रब रब कर लग पवे ना, तो महाराज कहते वड्डा ना होवे। तुहाडे कहण नाल उन्हें किते वड्डा थोड़ी होना है। बंदा कई बार सोचे मैं रब दा नाम जपदा, मैं रब दा नाम जपदा, रब रब कहना, रब किरपा क्यों ना करू। बंदा हक जा समझ लईदा ना भी मेरा हुण उहदे ते एहसान हो गया है, मेरे एहसान दा बदला तारे बिना वो छुट किवें सकदा है बई। पर नहीं, ये साडे भुलेखे हन। गौर करना, ਅਸੀਂ ਰੱਬ ਨੂੰ ਖੁਸ਼ ਨਹੀਂ ਕਰਨਾ, ਰੱਬ ਤਾਂ ਪਹਿਲਾਂ ਹੀ ਖੁਸ਼ ਹੈ, ਰੱਬ ਤਾਂ ਸਦਾ ਹੀ ਖੇੜੇ 'ਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿਹਾ ਗਿਆ ਉਹ ਸਦੀਵ ਕਾਲ ਪ੍ਰਸੰਨ ਹੈ ਬੰਦਿਆ, ਉਹ ਸਦਾ ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ। ਮੌਲਾ ਦਾ ਅਰਥ ਹੁੰਦਾ ਖਿੜਿਆ ਹੋਇਆ, ਸਦਾ ਖਿੜਿਆ ਹੋਇਆ, ਸਦਾ ਵਿਗਾਸ ਵਿੱਚ ਰਹਿਣ ਵਾਲਾ, ਸਦਾ ਆਨੰਦ ਵਿੱਚ ਵਿਚਰਨ ਵਾਲਾ। ਉਹਦਾ ਸੁਭਾਅ ਹੈ ਸਦਾ ਆਨੰਦ ਵਿੱਚ ਰਹਿਣਾ। ਕੌੜਾ ਬੋਲ ਨਾ ਜਾਣੈ पूर्ण भगवान है, अवगुण को ना चितारा। हुण फिर सवाल यह है कि ये ना क्या करिए भी रब्बा तो खुश नहीं। खुश तसल्ली ते आनंद सानू चाहिदा है, खुशी की घाट साडे जीवन च ओहदे जीवन च नहीं। तो जो असी कर रहे हैं वो अपनी खुशी लई कर रहे हैं, ओहदी खुशी लई नहीं, कि वो तो सदा ही खुश है। इस वास्ते असी कह दिंदे आ रब दी ਅਸੀਂ खुशी वास्ते सारा कुछ कर रहे हाँ। भावें साडे शब्द जिहे बन गए ने, भाव भावें साडा कुछ होर ही हुंदा है, पर शब्द का कुछ इस तरह का मतलब निकल आउंदा है भी जिवें रब नाराज होवे। ऐसा नहीं है। हुण अगली गल यह है कि सतगुरु सच्चे पातशाह ने आख्या भी संसार अंदर लोग अपने कर्मां दे बल उत्ते ये लोचदे ने भी रब दा एहसास साडे अंदर पैदा हो जाए। एहसास तो सखणे ने, कर्म बड़े करदे ने, यतन बड़े हो रहे हैं। ऐसा नहीं भी यतन नहीं हो, तुसी संसार झात मार के वेखो, उन्हां चों कुछ उदाहरणां गुरु साहब ने दित्तियां ने। पहले बंद विच आके चौपदा है, चौपदा दा अर्थ हुंदा है 4 पदियां वाला शब्द, जिहदे 4 बंद ने। पहले बंद विच आके महाराज गुरु रामदास साहब ने कहंदे पंडित शास्त्र सिमरत पढ़िया। पंडित दा अर्थ विद्वान भी कीता गया बाणी च, पंडित दा अर्थ पुजारी भी कीता गया। इस श्रेणी च मैं भी आना। गौर करना, पंडित का अर्थ कला ये ना समझना भी किसी खास कम्यूनिटी नूं कहा, नहीं, पंडित दे विच मैं भी आना। क्यों? क्योंकि मैं पुजारी जमात नाल हो सकता है मेरा संबंध होवे, मैं धर्म ग्रंथां दा पाठ पठन करदा हाँ, उन्हां दा प्रचार करदा, इस पक्षों मैं भी आना। तो पंडित शब्द का भाव समझना। सतगुरु कहंदे ने पंडित ने, पुजारी ने, विद्वान ने, पढ़न वाले ने धर्म ग्रंथां दा पाठ पढ़िया, सिमरत शास्त्र पढ़िया। अगली गल कही जोगी दी, जोगी गोरख गोरख करया। जोगी ने गोरख गोरख आख्या, उन्हें गोरख अपने इष्ट दा नाम जप जप के, ध्या ध्या के, ये अल्फाज कह कह के। पर गुरु रामदास महाराज सच्चे पातशाह कहते मैं मूर्ख। इन्हां दे हिसाब नाल ना, पंडित जी दे हिसाब नाल ते जोगी दे हिसाब नाल मैं मूर्ख हाँ। क्यों? क्योंकि ना मैं सिमरतियां ते शास्त्र पढ़दा, ना मैनूं पढ़ने आउंदे ने, ते ना ही मैं जोगी वांग त्याग लैके सन्यास लैके गोरख गोरख दा रट्टा लाया। हुण उहदे हिसाब नाल तां मैं हुण कुछ उन्हां नूं आखां भी जोगी जी एवें नहीं, वो कहे कि मूर्खा चुप करके बह जा, तैनूं की पता है? मैं सन्यासी, तू सन्यास लिया? मैं आखांगा जी नहीं लिया। तू गोरख गोरख कीता कदी? मैं आखांगा जी नहीं कीता। वो आखेगा मूर्खा राम नाल बह जा, मेरे नाल कोई आर्गूमेंट करन दी लोड़ नहीं। हुण उहदे हिसाब नाल ते मैं मूर्ख ही हां ना जी, मैं कोई काम नहीं कीता। जिन्नी मेहनत उहने कीती मैं तां कख भी नहीं कीता। जिन्ने धर्म ग्रंथ विद्वान पुजारी ने पढ़े ने मैं तां कख भी नहीं कीता। ये भाव है गुरु रामदास साहब कहते हैं उन्हां लोकां दे हिसाब नाल तां मैं कख भी नहीं कीता ते मूर्ख हां। मैं मूर्ख, पर हाँ मैं एको काम जरूर कीता है। उन्हां दी नज़र विच भावें मैं मूर्ख होवां, पर मैं एक सिरे दी गल लभ लई गुरु दी बाणी राही, वो है हर हर जप पढ़िया। अकाल पुरख वाहिगुरू दे नाम नूं मैं दृढ़ कर लिया।
ਨਾਮ ਦਾ ਭਾਵ ਸਮਝਣਾ, ਰੱਬ ਦੀ ਹੋਂਦ ਨੂੰ ਦ੍ਰਿੜ ਕਰ ਲਿਆ ਤੇ ਰੱਬ ਦੇ ਗੁਣ ਦ੍ਰਿੜ ਕਰ ਲਿਆ। ਦੋ ਚੀਜ਼ਾਂ ਨਾ, ਜਿਸ ਪਿਆਰੇ ਨਾਲ ਤੁਹਾਡੀ ਸਾਂਝ ਬਣਦੀ ਹੈ, ਤੁਸੀਂ ਉਹਦੇ ਸੁਭਾਅ ਨਾਲ ਤੁਹਾਡੀ ਅਟੈਚਮੈਂਟ ਬਣ ਜਾਂਦੀ ਹੈ। ਕਦੇ ਗੌਰ ਕਰਨਾ, ਅਸੀਂ ਮਿੱਤਰ ਕਿਹਨੂੰ ਕਹਿੰਦੇ ਆ ਭਲਾ? ਮਿੱਤਰ ਅਸੀਂ ਕਹਿੰਦੇ ਨੇ ਸਾਡਾ ਫਰੈਂਡ ਹੈ, ਸਾਡਾ ਮਿੱਤਰ ਹੈ। ਔਰ ਕਈ ਵਾਰ ਅਸੀਂ ਆਪਣੇ ਪਰਿਵਾਰ ਨਾਲੋਂ ਬਹੁਤਾ ਸਮਾਂ ਆਪਣੇ ਮਿੱਤਰ ਨਾਲ ਬਿਤਾ ਦਿੰਦੇ ਹਾਂ। ਕਿਉਂ ਭਲਾ? ਹੁਣ ਬੰਦਾ ਹੈਰਾਨ ਹੁੰਦਾ, ਉਹ ਵੇਖੋ ਇਹਦਾ ਪਰਿਵਾਰ ਹੈ, ਇਹਦੇ ਬੱਚੇ ਨੇ, ਮਾਤਾ ਪਿਤਾ, ਭੈਣ ਭਰਾ, ਇਹ ਜਿੱਥੇ ਖੂਨ ਦੇ ਰਿਸ਼ਤੇ ਨੇ, ਉਹ ਛੱਡ ਕੇ ਬੰਦਾ ਇਸ ਮਿੱਤਰ ਦੀ ਗੱਲ ਬਹੁਤੀ ਕਿਉਂ ਮੰਨਦਾ? ਇਹਦੇ ਨਾਲ ਤਾਂ ਇਹਦਾ ਕੋਈ ਖੂਨ ਦਾ ਰਿਸ਼ਤਾ ਵੀ ਨਹੀਂ। ਕਿਉਂ? ਉੱਥੇ ਸੁਭਾਅ ਰਲ ਗਿਆ, ਸੁਭਾਅ ਰਲ ਗਿਆ, ਅਟੈਚਮੈਂਟ ਬਣ ਗਈ। ਖੂਨ ਦਾ ਰਿਸ਼ਤਾ ਨਹੀਂ ਹੈ, ਭਾਵੇਂ ਬਲੱਡ ਰਿਲੇਸ਼ਨ ਨਹੀਂ ਹੈ, ਇਹਦੇ ਬਾਵਜੂਦ ਵੀ ਸਾਂਝ, ਉਹ ਸਾਂਝ ਕਿਉਂ ਬਣੀ? ਕਿਉਂਕਿ ਸਾਡੀ ਨੇਚਰ ਆਪਸ ਵਿੱਚ ਮੇਲ ਖਾ ਗਈ, ਉਹ ਜੋੜ ਬਣ ਗਿਆ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਕੀ ਹੈ? ਜੇ ਅਸੀਂ ਰੱਬ ਦੇ ਸੁਭਾਅ ਨੂੰ ਅਸੈਪਟ ਕਰ, ਉਹ ਨਿਰਵੈਰ ਹੈ, ਅਸੀਂ ਨਿਰਵੈਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਉਹ ਨਿਰਭਉ ਹੈ, ਅਸੀਂ ਨਿਰਭਉ ਹੋਣ ਦਾ ਯਤਨ ਕਰਨਾ ਹੈ। ਉਹ ਸੱਚਾ ਹੈ, ਅਸੀਂ ਸਚਿਆਰ ਬਣਨ ਦੀ ਕੋਸ਼ਿਸ਼ ਕਰਨੀ। ਇਹ ਹੈ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਉਹਦੇ ਗੁਣ ਕਹਿਣੇ ਨੇ, ਪਰ ਕਿਉਂ ਕਹਿਣੇ ਨੇ? ਤਾਂ ਕਿ ਅਸੀਂ ਉਹਦੇ ਗੁਣਾਂ ਦਾ ਰੂਪ ਹੋ ਜਾਈਏ, ਆਪਣੇ ਪਿਆਰੇ ਵਰਗੇ ਬਣ ਜਾਈਏ। ਬੰਦਾ ਨਕਲ ਉਸੇ ਦੀ ਕਰਦਾ ਜਿਸ ਨੂੰ ਸਭ ਤੋਂ ਆਪਣੀ ਜ਼ਿੰਦਗੀ ਦਾ ਪਰਫੈਕਟ ਇਨਸਾਨ ਮੰਨਦਾ ਹੈ, ਜਿਹਨੂੰ ਚੰਗਾ, ਜਿਹਦੀ ਹਰ ਅਦਾ ਚੰਗੀ ਲੱਗਦੀ ਹੈ, ਬੰਦਾ ਉਹਦੀ ਨਕਲ ਕਰਨੀ ਸ਼ੁਰੂ ਕਰ ਦਿੰਦਾ। ਤੇ ਫਿਰ ਸਾਡੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੁੰਦੇ ਆ, ਫਿਰ ਅਸੀਂ ਕਿਹਦੇ ਵਰਗੇ ਬਣਨ ਦੀ ਚੇਸ਼ਟਾ ਤੇ ਯਤਨ ਕਰਾਂਗੇ? ਆਪਣੇ ਪਿਆਰੇ ਵਰਗੇ। ਇਸ ਵਾਸਤੇ ਮਹਾਰਾਜ ਕਹਿੰਦੇ, ਮੈਂ ਮੂਰਖ ਹਰ ਹਰ ਜਪ ਪੜਿਆ। ਇੱਕ ਥਾਂ ਕਹਿੰਦੇ ਨੇ ਹਜ਼ੂਰ ਬਾਣੀ 'ਚ, ਕਹਿੰਦੇ ਨੇ ਹਰ ਆਰਾਧ ਨਾ ਜਾਣਾ ਰੇ। ਲੋਕ ਬੜੇ ਢੰਗ ਦੱਸਦੇ ਨੇ ਜੀ। ਕੋਈ ਕਹਿੰਦਾ ਹੈ ਜੇ ਤੁਸੀਂ ਐਵੇਂ ਜਪੋ ਗੱਲ ਜ਼ਿਆਦਾ ਬਣਦੀ ਹੈ, ਕੋਈ ਕਹਿੰਦਾ ਨਹੀਂ ਇਹ ਤੇ ਤਰੀਕੇ ਹੁਣ ਪੁਰਾਣੇ ਹੋ ਗਏ, ਤੁਸੀਂ ਆਹ ਤਕਨੀਕ ਅਪਣਾਓ। ਇੰਨੀਆਂ ਤਕਨੀਕਾਂ ਨੇ ਖਿਮਾ ਕਰਨਾ, ਇੰਨੀਆਂ, ਬੰਦਾ ਉਲਝ ਕੇ ਰਹਿ ਜਾਂਦਾ, ਕਿਹਦੀ ਮੰਨੀਏ? ਤਕਨੀਕਾਂ ਦੱਸਣ ਵਾਲੇ ਜ਼ਿਆਦਾ ਨੇ, ਬੰਦਾ ਮੰਨੇ ਕਿਹਦੀ? ਕਨਫਿਊਜ਼ਨ ਹੈ, ਇੰਨੀ ਕਨਫਿਊਜ਼ਨ ਹੈ ਤਰੀਕਿਆਂ ਦੇ ਉੱਤੇ, ਬੰਦਾ ਹੈਰਾਨ ਹੁੰਦਾ ਮੈਂ ਕੀ ਕਰਾਂ, ਕਿਸ ਪਾਸੇ ਜਾਵਾਂ। ਕੋਈ ਕਹਿੰਦਾ ਐਵੇਂ ਸਿਮਰੋ, ਕੋਈ ਕਹਿੰਦਾ ਐਵੇਂ ਜਪੋ, ਕੋਈ ਕਹਿੰਦਾ ਨਹੀਂ ਐਵੇਂ ਦੀ ਗੱਲ ਬਣੇਗੀ, ਐਵੇਂ। ਬੜੀ ਕਨਫਿਊਜ਼ਨ ਹੈ ਜੀ। ਸਾਡੀ ਇਸ ਕਨਫਿਊਜ਼ਨ ਦਾ ਇੱਕ ਹੱਲ ਦੱਸਿਆ ਸਤਿਗੁਰਾਂ ਨੇ। ਕਹਿੰਦੇ ਹਰ ਆਰਾਧਨਾ ਜਾਣ, ਮੈਨੂੰ ਨਹੀਂ ਪਤਾ ਕਿਵੇਂ ਜਪੀਦਾ। ਸੱਚੀ ਗੱਲ ਹੈ, ਤੁਸੀਂ ਮੈਨੂੰ ਵੀ ਪੁੱਛੋਗੇ ਨਾ, ਮੈਂ ਤਾਲਾ ਵੱਟਣ ਲਈ ਤੇ ਜਾਂ ਫਿਰ ਆਪਣੀ ਈਗੋ ਨੂੰ, ਹੰਕਾਰ ਨੂੰ ਬਚਾਈ ਰੱਖਣ ਲਈ ਕੋਈ ਨਾ ਕੋਈ ਤੁਹਾਨੂੰ ਉਪਾਅ ਜ਼ਰੂਰ ਦੱਸ ਦਿਆਂ। ਕਿਉਂਕਿ ਜੇ ਮੈਂ ਦੱਸਿਆ ਨਾ, ਤੁਸੀਂ ਸੋਚੋਗੇ ਪਰ ਜੇ ਇਹਨੂੰ ਹੀ ਕੱਖ ਨਹੀਂ ਪਤਾ। ਤੇ ਮੈਂ ਕਈ ਵਾਰ ਐਵੇਂ ਗੱਲ ਕਹਿ ਜਾਣੀ ਹੈ ਵੀ ਆਪੇ ਬੰਦਾ ਖਪਦਾ ਰਹੇਗਾ, ਘੱਟੋ ਘੱਟ ਇਹਦੇ ਮਨ 'ਚ ਇਹ ਗੱਲ ਨਾ ਆਵੇ ਵੀ ਇਹਨੂੰ ਵੀ ਨਹੀਂ ਪਤਾ। ਤਾਂ ਅਸੀਂ ਕਈ ਵਾਰ ਜਾਣਕਾਰ ਹੋਣ ਦਾ ਭੁਲੇਖਾ ਪਾਉਣ ਵਾਸਤੇ ਹੀ ਝੂਠੀ ਸੱਚੀ ਗੱਲ ਕਰਕੇ ਤੁਰ ਜਾਂਦੇ ਹਾਂ। ਸੱਚੀ ਬਾਤ ਹੈ, ਗੁਰੂ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ ਹਰ ਆਰਾਧ ਮੈਨੂੰ ਨਹੀਂ ਪਤਾ ਕਿਵੇਂ ਜਪੀਦਾ, ਪਰ ਹਾਂ ਇੱਕ ਗੱਲ ਹੈ, ਮੈਂ ਜਿੰਨੀਆਂ ਸੰਸਾਰ ਦੀਆਂ ਤਕਨੀਕਾਂ ਤੇ ਜੁਗਤਾਂ ਹਨ, ਇਹਨਾਂ ਚੋਂ ਕੋਈ ਮੈਂ ਅਪਲਾਈ ਨਹੀਂ ਕਰ ਸਕਿਆ, ਨਾ ਮੇਰੇ ਕੋਲ ਸਮਰੱਥ ਹੈ ਵੀ ਮੈਂ ਇਹਨਾਂ ਨੂੰ ਕਰ ਸਕਾਂ। ਪਰ ਇੰਨੀ ਗੱਲ ਹੈ, ਹਰ ਆਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਤੁਸੀਂ ਕਦੇ ਵੇਖੋ ਬੱਚਾ ਰੋਂਦਾ, ਨਿੱਕਾ ਜਿਹਾ ਬੱਚਾ ਨਾ ਰੋਂਦਾ, ਜਦੋਂ ਰੋਂਦਾ ਉਹਦੇ ਰੋਣ ਦੇ ਕਈ ਕਾਰਨ ਹੋ ਸਕਦੇ ਨੇ। ਉਹਨੂੰ ਭੁੱਖ ਵੀ ਲੱਗੀ ਹੋ ਸਕਦੀ ਹੈ, ਉਹਦੇ ਕੱਪੜੇ ਵੀ ਗਿੱਲੇ ਹੋ ਸਕਦੇ ਨੇ, ਉਹਦੇ ਅੰਡਰਗਾਰਮੈਂਟ ਗਿੱਲੇ ਹੋ ਸਕਦੇ ਨੇ, ਤਾਂ ਵੀ ਬੱਚਾ ਰੋਂਦਾ ਹੈ। ਉਹਨੂੰ ਦਰਦ ਵੀ ਉੱਠ ਸਕਦੀ, ਪੀੜ ਵੀ ਹੋ ਸਕਦੀ, ਕੋਈ ਪ੍ਰੋਬਲਮ ਹੋਵੇ ਬਾਡੀ 'ਚ, ਤਾਂ ਵੀ ਬੱਚਾ। ਹੁਣ ਬੱਚਾ ਤਾਂ ਉਹਨੇ ਜੇ ਭੁੱਖ ਦਾ ਜ਼ਿਕਰ ਕਰਨਾ ਹੈ ਤੇ ਰੋ ਕੇ, ਕੱਪੜੇ ਗਿੱਲੇ ਹੋ ਗਏ ਰੋ ਕੇ, ਜੇ ਤਕਲੀਫ ਪੀੜ ਹੋਈ, ਪੇਨ ਉੱਠੀ ਢਿੱਡ ਦੇ ਵਿੱਚ, ਪੀੜ ਹੋਈ, ਤਾਂ ਵੀ ਉਸਨੇ ਰੋਣਾ। ਹੁਣ ਉਹ ਰੋਂਦਾ ਹੀ, ਪਰ ਉਹਦੇ ਰੋਣ ਦਾ ਮਤਲਬ ਕੌਣ ਸਮਝਦਾ? ਮਾਂ ਸਮਝਦੀ ਹੈ। ਧਿਆਨ ਦੇਣਾ, ਉਹਦੇ ਰੋਣ ਦਾ ਮਤਲਬ ਉਹ ਤਾਂ ਕੇਵਲ ਰੋਂਦਾ ਹੀ ਹੈ। ਤਿੰਨਾਂ ਹਾਲਤਾਂ 'ਚੋਂ ਰੋ ਰਿਹਾ, ਭੁੱਖ ਲੱਗੀ ਰੋਏਗਾ, ਕੱਪੜੇ ਗਿੱਲੇ ਹੋਏ ਰੋਏਗਾ, ਪੀੜ ਹੋਈ ਰੋਏਗਾ, ਉਹ ਕੇਵਲ ਰੋਂਦਾ ਹੈ। ਪਰ ਉਹਦੇ ਰੋਣ ਨੂੰ ਡਿਫਾਈਨ ਕੌਣ ਕਰਦਾ ਹੈ ਜੀ? ਮਾਂ ਕਰਦੀ ਹੈ। ਮਾਂ ਨੂੰ ਪਤਾ ਹੈ ਭੁੱਖਾ ਤੇ ਨਹੀਂ, ਹੁਣੇ ਹੀ ਦੁੱਧ ਦਿੱਤਾ ਹੈ,
ਕੱਪੜੇ ਗਿੱਲੇ ਹੋਣਗੇ, ਕੱਪੜੇ ਚੈੱਕ ਕਰਦੀ ਨਹੀਂ, ਕੱਪੜੇ ਤੇ ਠੀਕ ਨੇ, ਪ੍ਰੋਬਲਮ ਹੋਏਗੀ। ਜਾਂ ਫਿਰ ਥੱਕ ਗਿਆ ਹੋਏਗਾ, ਪੰਘੂੜੇ 'ਚ ਪਿਆ ਹੋਇਆ, ਬੈੱਡ ਤੇ ਲੇਟਿਆ ਹੋਇਆ, ਚੁੱਕ ਲੈਂਦੀ। ਮਾਂ ਨੂੰ ਪਤਾ ਹੈ ਉਹਦੇ ਰੋਣ ਦਾ ਰੀਜ਼ਨ ਕੀ ਹੈ, ਉਹ ਕੇਵਲ ਰੋ ਸਕਦਾ ਹੈ, ਔਰ ਰੋਣ ਵਾਸਤੇ ਉਹਨੂੰ ਕਿਸੇ ਤਕਨੀਕ ਦੀ ਲੋੜ ਨਹੀਂ। ਬਸ ਜਿਸ ਤਰ੍ਹਾਂ ਦੀ ਆਵਾਜ਼ ਉਹਦੇ ਅੰਦਰੋਂ ਨਿਕਲੀ, ਗਲੇ 'ਚ ਉਹਨੇ ਕੱਢ ਦੇਣੀ। ਮਾਂ ਨਹੀਂ ਆਖੇਗੀ ਇਹ ਸੁਰੀਲਾ ਨਹੀਂ ਰੋਇਆ, ਮਾਂ ਨਹੀਂ ਆਖੇਗੀ ਇਹਨੂੰ ਰੋਣ ਦੀ ਜਾਚ ਨਹੀਂ, ਮਾਂ ਨਹੀਂ ਆਖੇਗੀ ਇਹਦੇ ਬੋਲਣ ਦੀ ਵਿਆਕਰਣ ਚੰਗੀ ਨਹੀਂ। ਉਲਟੇ ਫੁਲਟੇ ਲਫ਼ਜ਼ ਬੋਲ ਕੇ ਮਾਂ ਨੂੰ ਜਦੋਂ ਧਾ ਕੇ ਗਲ ਲੱਗਦਾ ਹੈ, ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਗੌਰ ਕਰਨਾ, ਅਕਾਲ ਪੁਰਖ ਨਾਲ ਸਾਡਾ ਸੰਬੰਧ ਕੁਝ ਇਸ ਤਰ੍ਹਾਂ ਦਾ ਹੈ। ਗੁਰੂ ਗ੍ਰੰਥ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ, ਹਰ ਅਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ, ਨਾਮ ਪਰਿਓ ਰਾਮਦਾਸ। ਮੈਂ ਤੇ ਕਦੇ ਨਹੀਂ ਅਖਵਾਇਆ ਵੀ ਮੈਂ ਤੇਰਾ ਭਗਤ ਹਾਂ। ਸੱਚੀ ਗੱਲ, ਮੈਨੂੰ ਤਾਂ ਤੂੰ ਧਿਆਉਣਾ ਹੀ ਨਹੀਂ ਆਇਆ। ਪਰ ਇੰਨੀ ਗੱਲ ਏ, ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ। ਤਕਲੀਫ ਹੋਵੇ ਤੇ ਮੂੰਹ ਤੇਰਾ ਨਾਂ ਨਿਕਲ ਆਉਂਦਾ, ਲੋੜ ਹੋਵੇ ਤੇ ਮੂੰਹ ਤੇਰਾ ਨਾਂ ਨਿਕਲ ਆਉਂਦਾ, ਖੁਸ਼ੀ ਹੋਵੇ ਤੇ ਮੂੰਹ ਤਾਂ ਵੀ ਤੇਰਾ ਨਾਂ ਨਿਕਲ ਆਉਂਦਾ। ਆ ਮੇਰੇ ਮੂੰਹ ਤੇਰਾ ਨਾਂ ਸੁਣ ਕੇ ਕਿਸੇ ਨੇ ਕਹਿ ਦਿੱਤਾ ਹਰ ਜੀਓ ਨਾਮ ਪਰਿਓ ਰਾਮਦਾਸ, ਇਹ ਰੱਬ ਦਾ ਬੰਦਾ ਲੱਗਦਾ। ਬਸ ਗੱਲ ਇੰਨੀ ਹੈ। ਲੋਕਾਂ ਨੇ ਆਖਿਆ ਰੱਬ ਦਾ ਬੰਦਾ ਲੱਗਦਾ ਹੈ। ਬੱਚਾ ਰੋਇਆ, ਲੋਕਾਂ ਆਖਿਆ ਜੀ ਤੁਹਾਡਾ ਬੱਚਾ ਰੋ ਰਿਹਾ, ਇਹ ਫਲਾਣੇ ਦਾ ਬੱਚਾ ਹੈ। ਬਸ ਇੰਨੀ ਕੁ ਖੇਡ ਹੈ। ਜਦੋਂ ਦੁੱਖ ਵੇਲੇ, ਲੋੜ ਵੇਲੇ, ਖੁਸ਼ੀ ਵੇਲੇ, ਮੁਸੀਬਤ ਵੇਲੇ, ਹਰ ਵੇਲੇ ਤੂੰ ਹੀ ਜ਼ਬਾਨ ਤੋਂ ਨਿਕਲਿਆ, ਲੋਕਾਂ ਨੇ ਆਪੇ ਹੀ ਕਹਿ ਦਿੱਤਾ ਇਹ ਤੇ ਰੱਬ ਦਾ ਹੀ ਬੰਦਾ ਲੱਗਦਾ ਹੈ, ਰੱਬ ਨੂੰ ਹੀ ਯਾਦ ਕਰਦਾ, ਹੋਰ ਕਿਸੇ ਵੱਲ ਧਿਆਨ ਹੀ ਨਹੀਂ ਕਰਦਾ। ਬਸ ਮੇਰੇ ਤੇ ਇੰਨੀ ਕੁ ਖੇਡ ਹੈ, ਮੇਰੀ ਤੇ ਇੰਨੀ ਕੀ ਦੌੜ ਹੈ। ਇਸੇ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ। ਸੰਨਿਆਸ ਲੈਣ ਵਾਲੇ ਨੇ, ਤਪਸਵੀ ਨੇ ਸਰੀਰ ਤੇ ਰਾਖ ਸੁਆਹ ਮੜ ਲਈ। ਉਹ ਕਹਿੰਦਾ ਮੈਂ ਦੇਹ ਸਵਾਰ ਰਿਹਾ, ਸਫਲੀ ਕਰ ਰਿਹਾ। ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ, ਕਿਸੇ ਨੇ ਗ੍ਰਸਥ ਨਹੀਂ ਅਪਣਾਇਆ ਕਿਸੇ ਔਰਤ ਦੇ ਨਾਲ, ਤਾਂ ਉਹ ਬ੍ਰਹਮਚਰਜ ਧਾਰਨ ਉਸਨੇ ਕਰ ਲਿਆ। ਉਹਨੇ ਆਖਿਆ ਇਹੋ ਹੀ ਮੁਕਤੀ ਦਾ ਰਸਤਾ ਹੈ। ਪਰ ਸੱਚੀ ਗੱਲ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਇਹ ਕੰਮ ਨਹੀਂ ਕਰ ਸਕਿਆ। ਨਾ ਮੈਂ ਬ੍ਰਹਮਚਰਜ ਭਾਵ ਗ੍ਰਸਥ ਤੋਂ ਭੱਜਿਆ ਹਾਂ, ਤੇ ਨਾ ਸੰਨਿਆਸੀਆਂ ਵਾਂਗ ਮੈਂ ਵਿਭੂਤ ਮੜੀਏ। ਇਸ ਵਾਸਤੇ ਇਹਨਾਂ ਦੀ ਨਜ਼ਰ ਵਿੱਚ ਮੈਨੂੰ ਭਾਵੇਂ ਮੂਰਖ ਹੀ ਮੰਨਿਆ ਜਾਏ, ਪਰ ਮੈਂ ਮੂਰਖ ਹਰ ਆਸ ਤੁਮਾਰੀ। ਸੱਚੀ ਗੱਲ ਹੈ, ਭਾਵੇਂ ਮੈਂ ਆਹ ਤਕਨੀਕਾਂ ਤੇ ਨਹੀਂ ਚੁਣੀਆਂ, ਪਰ ਮੇਰਾ ਵਿਸ਼ਵਾਸ ਤੇਰੇ ਉੱਤੇ ਪੂਰਾ ਹੈ। ਯਕੀਨ ਵਿੱਚ ਕੋਈ ਘਾਟ ਨਹੀਂ, ਭਰੋਸੇ ਵਿੱਚ ਰਤੀ ਭਰ ਵੀ ਤਰੇੜ ਨਹੀਂ ਮੇਰੇ ਵਿੱਚ। ਯਕੀਨ ਤੇ ਭਰੋਸਾ ਮੇਰਾ ਤੇਰੇ ਉੱਤੇ ਪੂਰੇ ਦਾ ਪੂਰਾ ਹੈ। ਖੱਤਰੀ ਕਰਮ ਕਰੇ ਸੁਰਤਨ ਪਾਵੇ। ਯੋਧਾ ਹੈ, ਉਹ ਰੱਬ ਲਈ ਲੜਨ ਵਾਲੇ ਯੋਧੇ ਵੀ ਸੰਸਾਰ ਵਿੱਚ ਮੌਜੂਦ ਨੇ। ਰੱਬ ਦਾ ਭਾਵ ਹੈ ਵੀ ਜਿਸ ਤਰ੍ਹਾਂ ਮੈਂ ਰੱਬ ਨੂੰ ਸਿਮਰਦਾ ਤੇ ਜਪਦਾ ਹਾਂ ਨਾ, ਇਸ ਤਰ੍ਹਾਂ ਹੀ ਦੂਸਰੇ ਜਪਣ। ਇਸ ਵਾਸਤੇ ਮੈਂ ਲੜ ਰਿਹਾ ਹਾਂ, ਇਸ ਵਾਸਤੇ ਮੈਂ ਜਿਹਾਦੀ ਹਾਂ, ਇਸ ਵਾਸਤੇ ਮੈਂ ਧਰਮ ਯੋਧਾ ਹਾਂ। ਗੁਰੂ ਦੀ ਬਾਣੀ ਨੇ ਵੈਸੇ ਤੇ ਸਿੱਖ ਇਤਿਹਾਸ ਨੇ ਅਸੂਲ ਮਜ਼ਲੂਮ ਦੇ ਭਲੇ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਆਖੀ ਹੈ। ਪਰ ਇੱਥੇ ਜਾ ਕੇ ਮਹਾਰਾਜ ਨੇ ਅੱਗੇ ਅਖੀਰਲੇ ਬਚਨ ਵਿੱਚ ਮੈਂ ਇਹ ਗੱਲ ਸਾਂਝੀ ਕਰਾਂਗਾ ਵੀ ਭਾਵੇਂ ਜਿਹਨਾਂ ਨਾਲ ਖਿਆਲ ਨਹੀਂ ਵੀ ਰਲ, ਰਿਸਪੈਕਟ ਤੇ ਉਹਨਾਂ ਨੂੰ ਰੱਬ ਦੇ ਬੰਦੇ ਜਾਣ ਕੇ ਉਹਨਾਂ ਨਾਲ ਪਿਆਰ ਮੁਹੱਬਤ ਵੀ ਉਸੇ ਤਰ੍ਹਾਂ ਦੀ ਹੀ ਰੱਖਣੀ। ਇਹ ਵੀ ਸਿੱਖੀ ਦਾ ਕਿੱਡਾ ਸੁਨਹਿਰੀ ਅਸੂਲ ਹੈ। ਵੇਖੋ, ਮੇਰੇ ਤੁਹਾਡੇ ਨਾਲ ਜਾਂ ਤੁਹਾਡੇ ਮੇਰੇ ਨਾਲ ਖਿਆਲ ਨਹੀਂ ਰਲੇ, ਕੋਈ ਗੱਲ ਨਹੀਂ, ਫਿਰ ਕੀ ਗੱਲ ਹੈ। ਪਰ ਘੱਟੋ ਘੱਟ ਮੈਂ ਤੁਹਾਨੂੰ ਰੱਬ ਦੇ ਬੰਦੇ ਸਮਝਦਾ, ਤੁਸੀਂ ਮੈਨੂੰ ਰੱਬ ਦਾ ਬੰਦਾ ਸਮਝਦੇ ਹੋ। ਆਪਣੇ ਵਿੱਚ ਇੱਕ ਮਨੁੱਖੀ ਹਮਦਰਦੀ ਦਾ ਰਿਲੇਸ਼ਨ ਤੇ ਹੈ ਨਾ। ਬਤੌਰ ਇਨਸਾਨ ਨੂੰ ਇਨਸਾਨ ਦੇ ਨਾਲ ਜਿਹੋ ਜਿਹਾ ਵਿਹਾਰ ਕਰਨਾ ਚਾਹੀਦਾ, ਪਰ ਅਸੀਂ ਕਿਵੇਂ ਕਰਨਾ ਇਸ ਤੋਂ ਥੋੜੇ ਜਿਹੇ ਕੋਰੇ ਹਾਂ। ਜਿੱਥੇ ਸਾਡੀ ਕੋਈ ਗੱਲ ਨਾ ਰਲੇ, ਅਸੀਂ ਕਹਿੰਦੇ ਨਹੀਂ ਜੀ ਨਹੀਂ, ਇਹ ਤੇ ਬੰਦਾ ਹੀ ਨਹੀਂ, ਇਹਦੀ ਤਾਂ ਗੱਲ ਹੀ ਛੱਡ ਦਿਓ। ਗੱਲ ਸਾਡੀ ਇੱਕ ਉਹਦੇ ਨਾਲ ਮੇਲ ਨਹੀਂ ਖਾਂਦੀ, 5-7 ਅਸੀਂ ਆਪਣੇ ਕੋਲੋਂ ਜੋੜਦੇ ਹਾਂ, ਕਿਉਂਕਿ ਸਾਨੂੰ ਲੱਗਦਾ ਨਹੀਂ ਸਾਡੇ ਨਾਲ ਗੱਲ ਨਹੀਂ ਰਲੀ, ਇਹਦਾ ਮਤਲਬ ਬੰਦਾ ਕਿਸੇ ਕੰਮ ਦਾ ਨਹੀਂ। ਨਹੀਂ, ਐਸਾ ਨਹੀਂ ਸੋਚਣਾ। ਹਰ ਇੱਕ ਮਨੁੱਖ ਨੂੰ, ਭਾਵੇਂ ਸਾਡੇ ਮਤਭੇਦ ਨੇ, ਵਿਚਾਰ ਵੱਖਰੇ ਵੱਖਰੇ, ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ, ਤਕਨੀਕ ਢੰਗ ਵੱਖਰਾ ਵੱਖਰਾ ਹੋ ਸਕਦਾ ਹੈ, ਸੁਭਾਅ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਇੱਕ ਗੱਲ ਗੁਰੂ ਨੇ ਸਾਨੂੰ ਪਹਿਲਾਂ ਦੱਸੀ ਏ, ਕੁਦਰਤ ਕੇ ਸਭ ਬੰਦੇ। ਇਸ ਤੰਦ ਨੂੰ ਤੁਸੀਂ ਟੁੱਟਣ ਨਹੀਂ ਦੇਣਾ ਕਦੇ ਵੀ, ਕਦੇ ਵੀ ਨਹੀਂ। ਉਹਨਾਂ ਪੰਡਤਾਂ ਨਾਲ ਗੁਰੂ ਮਹਾਰਾਜ ਦਾ ਕੀ ਮੇਲ ਸੀ ਜਿਹੜੇ ਹਜ਼ੂਰ ਦੇ ਦਰ 9ਵੇਂ ਪਾਤਸ਼ਾਹ ਕੋਲ ਫਰਿਆਦੀ ਹੋ ਕੇ ਆਏ ਸਨ।
ਕੋਈ ਨਹੀਂ ਸੀ ਨਾ। ਉਹਨਾਂ ਦਾ ਮਜ਼ਹਬ ਵੱਖਰਾ, ਮਤ ਵੱਖਰਾ, ਢੰਗ ਵੱਖਰਾ, ਤਰੀਕਾ ਵੱਖਰਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤਕਨੀਕਾਂ ਨੂੰ ਪ੍ਰਵਾਨ ਨਹੀਂ ਕਰਦੇ। ਫਿਰ ਵੀ ਕਿਉਂਕਿ ਮਜ਼ਲੂਮ ਨੇ, ਉਹਨਾਂ ਆਖਿਆ ਜੀ ਸਾਡੀ ਹੋਂਦ ਨੂੰ ਖਤਰਾ ਹੈ, ਜ਼ੁਲਮ ਹੋ ਰਿਹਾ ਹੈ। ਹਜ਼ੂਰ ਨੇ ਆਖਿਆ ਚਲੋ ਬਈ ਗੱਲ ਤੇ ਗਲਤ ਹੈ, ਇਹ ਗਲਤ ਗੱਲ ਹੈ। ਠੀਕ ਹੈ, ਤੁਹਾਡਾ ਮਜ਼ਹਬ ਔਰੰਗਜ਼ੇਬ ਨਾਲ ਮੇਲ ਨਹੀਂ ਖਾਂਦਾ, ਤੁਹਾਡਾ ਤਰੀਕਾ ਢੰਗ ਵੱਖਰਾ ਹੈ, ਉਹਦਾ ਚੰਗਾ ਵੀ ਹੋ ਸਕਦਾ ਤੁਹਾਡੇ ਨਾਲੋਂ, ਪਰ ਇਹਦਾ ਮਤਲਬ ਇਹ ਤੇ ਨਹੀਂ ਉਹ ਦਮਨਕਾਰੀ ਨੀਤੀ ਅਪਣਾਏਗਾ। ਇਹਦਾ ਮਤਲਬ ਇਹ ਤੇ ਨਹੀਂ ਉਹ ਤੁਹਾਡੇ ਤੇ ਜ਼ੁਲਮ ਕਰੇ, ਤੁਹਾਨੂੰ ਮਾਰ ਹੀ ਸੁੱਟੇ। ਇਹ ਤਾਂ ਕੋਈ ਢੰਗ ਨਾ ਹੋਇਆ, ਇਹ ਗਲਤ ਗੱਲ ਹੈ। ਸਤਿਗੁਰੂ ਕਹਿੰਦੇ ਖੱਤਰੀ ਕਰਮ ਕਰੇ ਸੁਰਤਨ ਪਾਵੈ, ਸੂਰਮਾ ਖਵਾਉਂਦਾ, ਸੂਰਮਤਾਈ ਦੀ ਅਵਸਥਾ ਹਾਸਲ ਕਰਨਾ ਚਾਹੁੰਦਾ ਹੈ। ਸ਼ੂਦ ਵੈਸ਼ ਪਰ ਕ੍ਰਿਤ ਕਮਾਵੈ, ਜਿਹੜਾ ਸ਼ੂਦਰ ਹੈ, ਚਾਰ ਵਰਣ ਬਣਾਏ ਸਨ ਮਨੁ ਸਿਮਰਤੀ ਦੇ ਵਿਧਾਨ ਨੇ, ਉਹ ਦੂਜਿਆਂ ਦੀ ਸੇਵਾ ਕਰੇਗਾ। ਵੈਸ਼ ਉਹ ਕਿਰਤ ਕਰੇਗਾ, ਦੂਜਿਆਂ ਦੀ ਖਾਤਰ ਕਰੇਗਾ। ਸਤਿਗੁਰੂ ਕਹਿੰਦੇ ਨੇ ਮੈਂ ਮੂਰਖ ਹਰ ਨਾਮ ਛਡਾਵੇ। ਅੱਗੇ ਆਖਦੇ ਨੇ ਮੈਂ ਐਸੇ ਕਰਮ ਨਹੀਂ ਕਰਦਾ, ਇਸ ਕਰਕੇ ਭਾਵੇਂ ਮੈਨੂੰ ਅਣਜਾਣ ਹੀ ਮੰਨਣ, ਪਰ ਸੱਚੀ ਗੱਲ ਹੈ ਤੇਰੇ ਤੇ ਯਕੀਨ ਹੈ ਕਿ ਤੂੰ ਮੇਰਾ ਛੁਟਕਾਰਾ ਕਰਵਾਏਂਗਾ। ਅਖੀਰਲੇ ਬੰਦ ਵਿੱਚ ਆ ਕੇ ਸਭ ਤੇਰੀ ਸ੍ਰਿਸ਼ਟ, ਭਾਵੇਂ ਉੱਪਰ ਦੱਸੇ ਸਾਰੇ ਕਰਮ ਕਰਨ ਵਾਲਿਆਂ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਮੈਂ ਇਹ ਕੰਮ ਨਹੀਂ ਕਰਦਾ, ਪਰ ਵਾਹਿਗੁਰੂ ਤੇਰੇ ਨਾਮ ਤੇਰੇ ਗੁਣਾਂ ਨਾਲ ਜੁੜ ਕੇ ਤੇ ਤੇਰੀ ਹੋਂਦ ਨੂੰ ਮਹਿਸੂਸ ਕਰਕੇ ਮੇਰਾ ਮਨ ਇੰਨਾ ਕੁ ਵੱਡਾ ਵਿਸ਼ਾਲ ਹੋ ਗਿਆ ਕਿ ਮੈਂ ਉਹਨਾਂ ਨੂੰ ਵੀ ਤੇਰੇ ਹੀ ਬੰਦੇ ਸਮਝਦਾ। ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਹੈ ਮਹਾਰਾਜ ਨੇ। ਅੱਜ ਸੰਸਾਰ ਦੇ ਸਾਰੇ ਧਰਮਾਂ ਨੂੰ ਤੇ ਸਾਰੇ ਧਰਮ ਆਗੂਆਂ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ। ਹਜ਼ੂਰ ਨੇ ਆਖਿਆ ਭਾਵੇਂ ਮੈਂ ਇਹ ਸਾਰੇ ਕਰਮ ਉੱਪਰ ਦੱਸੇ ਨਹੀਂ ਕਰਦਾ ਤੇ ਇਹਨਾਂ ਦੀ ਨਜ਼ਰ 'ਚ ਮੈਂ ਅਣਜਾਣ ਵੀ ਹੋਵਾਂਗਾ, ਪਰ ਮੈਂ ਇਹਨਾਂ ਨੂੰ ਤੇਰੇ ਬੰਦੇ ਸਮਝਦਾ ਤੇ ਤੇਰੀ ਹੋਂਦ ਇਹਨਾਂ ਦੇ ਵਿੱਚ ਵੀ ਮੈਂ ਬਰਾਬਰ ਹੀ ਮਹਿਸੂਸ ਕਰਦਾ। ਜਿੰਨਾ ਤੂੰ ਮੇਰੇ 'ਚ ਵਸਦਾ ਇਹਨਾਂ ਤੋਂ ਇਹਨਾਂ 'ਚ ਵੀ ਵਸਦਾ। ਸਭ ਤੇਰੀ ਸ੍ਰਿਸ਼ਟ, ਤੂੰ ਆਪ ਰਹਿਆ ਸਮਾਈ, ਤੂੰ ਸਾਰਿਆਂ ਵਿੱਚ ਆਪ ਸਮਾਇਆ ਹੋਇਆ ਹੈ। ਬੜੀ ਪਿਆਰੀ ਗੱਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਕੁਝ 2-4 ਸਿੱਖ ਆਏ, ਉਹਨਾਂ ਦੇ ਅੰਦਰ ਇੱਕ ਗਿਲਾ ਉੱਠਿਆ, ਕਿਸੇ ਅੰਦਰ ਵੀ ਉੱਠ ਸਕਦਾ। ਮਹਾਰਾਜ ਦੇਖੋ ਭਾਈ ਕਨ੍ਹਈਆ ਜੀ ਲੜਾਈ ਖਤਮ ਹੋਣ ਤੋਂ ਬਾਅਦ ਜਿਸ ਵੇਲੇ ਜ਼ਖਮੀਆਂ ਦੀ ਤੇ ਲੜਾਈ ਦੇ ਵਿੱਚ ਚਲਾਣਾ ਕਰ ਗਏ ਸਿੱਖਾਂ ਦੀ ਤੇ ਬਾਕੀ ਲੋਕਾਂ ਦੀ ਜਦੋਂ ਸੰਭਾਲ ਹੁੰਦੀ ਹੈ ਨਾ, ਇਹ ਸਾਰਿਆਂ ਨੂੰ ਪਾਣੀ ਬਰਾਬਰ ਪਿਆਉਂਦਾ। ਤੇ ਜੇ ਇਹੋ ਕੰਮ ਹੀ ਕਰਨਾ ਲੜਾਈ ਕਾਹਨੂੰ? ਜਿਹੜੇ ਸਾਡੀਆਂ ਤਲਵਾਰਾਂ ਨਾਲ ਫੱਟੜ ਹੋਏ ਨੇ ਉਹਨਾਂ ਨੂੰ ਵੀ ਜੇ ਅਸੀਂ ਪਾਣੀ ਪਿਆਉਣਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਚੀਜ਼ਾਂ ਦੀ ਲੋੜ ਤਾਂ ਕੋਈ ਨਹੀਂ, ਗੱਲ ਠੀਕ ਨਹੀਂ ਹੈ। ਭਾਈ ਕਨ੍ਹਈਆ ਜੀ ਨੂੰ ਸਮਝਾਇਆ ਜਾਏ। ਹਜ਼ੂਰ ਮਨ ਦਾ ਭਰਮ ਕੱਢਣਾ ਚਾਹੁੰਦੇ ਸਨ, ਭਾਈ ਜੀ ਨੂੰ ਸੱਦ ਲਿਆ। ਭਾਈ ਸਾਹਿਬ ਆਏ, ਹੁਕਮ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹਨਾਂ ਦਾ ਸ਼ੰਕਾ ਹੈ, ਇਤਰਾਜ਼ ਹੈ, ਇਹ ਰੰਜ ਕਰਦੇ ਨੇ ਇਸ ਗੱਲ ਦਾ ਵੀ ਤੁਸੀਂ ਸਿੱਖਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਪਾਣੀ ਪਿਆਉਂਦੇ ਹੋ ਜਿਹੜੇ ਸਾਡੇ ਨਾਲ ਲੜਨ ਆਏ ਤੇ ਘਾਇਲ ਜ਼ਖਮੀ ਹੋ ਗਏ ਲੜਾਈ ਦੇ ਵਿੱਚ। ਭਾਈ ਕਨ੍ਹਈਆ ਜੀ ਨੇ ਹੱਥ ਜੋੜੇ, ਮਹਾਰਾਜ ਜਿਸ ਵੇਲੇ ਮੈਂ ਪਾਣੀ ਦੀ ਮਸ਼ਕ ਲੈ ਕੇ ਉਸ ਜਗ੍ਹਾ ਤੇ ਜਾਂਦਾ, ਮੈਨੂੰ ਤੇ ਕੋਈ ਐਸਾ ਨਹੀਂ ਦਿਸਿਆ। ਸਾਰਿਆਂ ਨੂੰ ਪਾਣੀ ਦੀ ਇੱਕੋ ਜਿਹੀ ਲੋੜ ਹੁੰਦੀ ਹੈ, ਤੇ ਜਦੋਂ ਸਾਰੇ ਅੱਖਾਂ ਮੇਰੇ ਵੱਲ ਕਰਦੇ ਨੇ, ਜ਼ਮੀਨ ਤੇ ਡਿੱਗੇ ਨਿਢਾਲ ਹੋਏ ਮੇਰੇ ਵੱਲ ਤੱਕਦੇ ਨੇ, ਮੈਨੂੰ ਉਹਨਾਂ ਦੇ ਤੱਕਣ ਦੇ ਵਿੱਚ ਜਿਹੜੀ ਲੋੜ ਦਿਸਦੀ ਹੈ ਨਾ, ਉਹ ਲੋੜ ਨੂੰ ਮੈਂ ਅੱਜ ਤੱਕ ਫਰਕ ਨਹੀਂ ਕੱਢ ਸਕਿਆ ਵੀ ਹਿੰਦੂ ਦੀ ਲੋੜ ਕਿਹੋ ਜਿਹੀ ਹੁੰਦੀ ਹੈ, ਸਿੱਖ ਦੀ ਲੋੜ ਕਿਹੋ ਜਿਹੀ ਹੁੰਦੀ ਹੈ, ਮੁਸਲਮਾਨ ਦੀ ਲੋੜ ਕਿਹੋ ਜਿਹੀ ਹੁੰਦੀ ਹੈ, ਦੁਸ਼ਮਣ ਦੀ ਲੋੜ ਕਿਹੋ ਜਿਹੀ ਹੈ, ਮਿੱਤਰ ਦੀ ਲੋੜ ਕਿਹੋ ਜਿਹੀ ਹੈ। ਤੁਸੀਂ ਦੱਸੋ, ਉਹਨਾਂ ਦੀਆਂ ਅੱਖਾਂ ਵੱਲ ਵੇਖ ਕੇ ਮੇਰੇ ਅੰਦਰ ਇੱਕੋ ਹੀ ਗੱਲ ਉੱਠਦੀ ਹੈ ਵੀ ਇਹਨੂੰ ਪਾਣੀ ਦੀ ਲੋੜ ਹੈ। ਤੁਸੀਂ ਦੱਸੋ ਇਹਦਾ ਮੈਂ ਫਰਕ ਕਿਵੇਂ ਕੱਢਾਂ? ਮੈਨੂੰ ਤਾਂ ਉੱਥੇ ਸਾਰੇ ਹੀ ਆਪਣੇ ਦੀਦੇ ਨੇ। ਮੇਰੀ ਡਿਊਟੀ, ਮੇਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਹੈ ਉਹਨਾਂ ਨੂੰ ਪਾਣੀ ਵਰਤਾਉਣਾ। ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਮੈਂ ਕਿਵੇਂ ਫਰਕ ਕੱਢਾਂ? ਪਿਆਸ ਤੇ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਹੈ ਨਾ, ਦਰਦ ਤੇ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ ਹੈ ਨਾ। ਮਹਾਰਾਜ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਤੇ ਜਾਣਦਾ ਹਾਂ, ਇਹ ਲੜਾਈ ਤੁਹਾਡੀ ਜ਼ਰੂਰਤ ਨਹੀਂ ਹੈ, ਲੜਾਈ ਤੁਹਾਡਾ ਸ਼ੌਂਕ ਨਹੀਂ ਹੈ, ਲੜਨਾ ਤੁਹਾਡਾ ਸੁਭਾਅ ਨਹੀਂ ਹੈ। ਇਹ ਤਾਂ ਮੁਸੀਬਤ ਹੈ ਇੱਕ ਕਿਸਮ ਦੀ, ਜਿਹੜੀ ਧਾ ਕੇ ਤੁਹਾਡੇ ਬਰੂਹਾਂ ਤੱਕ ਆ ਜਾਂਦੀ ਹੈ ਤੇ ਇੱਕੋ ਹੀ ਹੱਲ ਰਹਿ ਜਾਂਦਾ ਹੈ ਕਿ ਜ਼ੁਲਮ ਨੂੰ ਰੋਕਣਾ ਹੈ। ਤੇ ਹੁਣ ਭਾਈ
ਆਪਣੇ ਹਥਿਆਰ ਚੁੱਕ ਲਓ, ਹੋਰ ਤਾਂ ਕੋਈ ਰਸਤਾ ਨਹੀਂ। ਪਰ ਤੁਸੀਂ ਕਿਸੇ ਉੱਤੇ ਵੀ ਹਮਲਾਵਰ ਨਹੀਂ ਹੋਏ, ਆਏ ਹੋਏ ਹਮਲੇ ਦਾ ਜਵਾਬ ਦਿੱਤਾ ਹੈ। ਇਹ ਆਖਰੀ ਰਸਤਾ ਹੈ ਜਿਹੜਾ ਤੁਸੀਂ ਅਪਣਾਇਆ। ਪਰ ਮਹਾਰਾਜ ਉਸ ਵੇਲੇ ਮੈਨੂੰ ਤਾਂ ਕੋਈ ਬੇਗਾਨਾ ਨਜ਼ਰ ਨਹੀਂ ਆਉਂਦਾ। ਹਜ਼ੂਰ ਖੁਸ਼ ਹੋਏ, ਆਖਿਆ ਭਾਈ ਜੀ ਜੋ ਗੁਰੂ ਕੀ ਬਾਣੀ ਦਾ ਤੇ ਗੁਰੂ ਦੇ ਉਪਦੇਸ਼ ਦਾ ਰਸਤਾ ਹੈ, ਤੁਸੀਂ ਬਿਲਕੁਲ ਉਹਦੇ ਉੱਤੇ ਸਹੀ ਚੱਲ ਰਹੇ ਹੋ। ਅੱਜ ਤੋਂ ਤੁਹਾਨੂੰ ਨਾਲ ਕੁਝ ਸੇਵਾਦਾਰ ਵੀ ਦਿੱਤੇ ਜਾਇਆ ਕਰਨਗੇ ਔਰ ਤੁਸੀਂ ਜ਼ਖਮੀਆਂ ਦੀ ਮਲਮ ਪੱਟੀ ਵੀ ਬਰਾਬਰ ਕਰਿਆ ਕਰਨੀ, ਬਿਨਾਂ ਕਿਸੇ ਫਰਕ ਤੋਂ, ਬਿਨਾਂ ਕਿਸੇ ਭੇਦ ਤੋਂ। ਇਤਿਹਾਸ ਨੂੰ ਪੜ੍ਹੀਦਾ, ਸਵਿਟਜ਼ਰਲੈਂਡ ਦੇ ਵਿੱਚ ਸਰ ਹੈਨਰੀ ਡੁਨਾਟ ਨੇ ਸਭ ਤੋਂ ਪਹਿਲਾਂ ਇੱਕ ਲੜਾਈ ਦੇਖੀ ਸੀ। ਉਸ ਲੜਾਈ ਤੇ ਉਹਨੇ ਕਿਤਾਬ ਲਿਖੀ, ਜਿਸ ਤੋਂ ਹੌਲੀ ਹੌਲੀ ਪ੍ਰੋਸੈਸ ਹੁੰਦਾ, ਸਫਰ ਹੁੰਦਾ, ਰੈੱਡ ਕਰਾਸ ਸੁਸਾਇਟੀ ਦਾ ਗਠਨ ਹੋ ਗਿਆ। ਇਹ ਸੁਸਾਇਟੀ ਕੀ ਕਰਦੀ ਹੈ? ਜਿੱਥੇ ਕੋਈ ਉੱਜੜ ਜਾਏ ਉਹਦੇ ਵਸੇਬੇ ਦਾ ਪ੍ਰਬੰਧ ਕਰਦੀ ਏ। ਦੋ ਦੇਸ਼ਾਂ 'ਚ ਲੜਾਈ ਲੱਗ ਜਾਏ, ਉੱਥੇ ਜ਼ਖਮੀਆਂ ਨੂੰ ਸੰਭਾਲਣਾ, ਮੁਰਦਿਆਂ ਨੂੰ ਸੰਭਾਲਣਾ ਔਰ ਉੱਜੜ ਗਏ ਲੋਕਾਂ ਨੂੰ ਰਿਫਿਊਜੀ ਕੈਂਪਾਂ 'ਚ ਲਿਆਉਣਾ। ਇਹ ਰੈੱਡ ਕਰਾਸ ਸੁਸਾਇਟੀ ਦੀ ਬ੍ਰਾਂਚ ਤਕਰੀਬਨ ਬਹੁਤੇ ਮੁਲਕਾਂ 'ਚ ਬਣ ਗਈ ਹੈ ਔਰ ਇਹਨੂੰ UNO ਦੀ ਮਾਨਤਾ ਹੈ। ਇਹਦੇ ਵਰਕਰ ਜਿੱਥੇ ਵੀ ਜਾਣਗੇ ਦੋਵੇਂ ਧਿਰਾਂ ਹੀ ਲੜਾਈ ਵਾਲੀਆਂ ਸਹਿਯੋਗ ਦੇਣਗੀਆਂ। ਪਰ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1700 ਈਸਵੀ ਦੇ ਅੰਦਰ, 1704 ਈਸਵੀ ਦੀਆਂ ਜੰਗਾਂ ਦੇ ਵਿੱਚ ਆਪਣੇ ਪੱਧਰ ਉੱਤੇ ਇੱਕ ਐਸੀ ਸਭਾ ਗਠਨ ਕਰ ਦਿੱਤੀ ਸੀ ਜਿਹੜੀ ਦੋਨਾਂ ਧਿਰਾਂ ਦੀਆਂ ਲੜਾਈਆਂ ਦੇ ਵਿੱਚ ਉੱਥੇ ਪਹੁੰਚ ਕੇ ਬਿਨਾਂ ਭੇਦਭਾਵ ਦੇ ਸਭਨਾਂ ਦੀ ਸੰਭਾਲ ਕਰੇਗੀ। ਸਾਡੀ ਕਮੀ ਰਹੀ, ਸਾਨੂੰ ਖੁਦ ਵੀ ਨਹੀਂ ਪਤਾ। ਵੇਖੋ ਇਹ ਕੋਈ ਨਿੱਕੀ ਗੱਲ ਨਹੀਂ ਹੈ, ਇਹ ਕੋਈ ਛੋਟੀ ਬਾਤ ਨਹੀਂ, ਪਰ ਅਸੀਂ ਇਸ ਗੱਲ ਨੂੰ ਨਾ ਸਮਝ ਸਕੇ, ਨਾ ਦੁਨੀਆ ਨੂੰ ਦੱਸ ਸਕੇ। ਸਾਡੀ ਕਮੀ ਰਹਿ ਗਈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹੀ ਹੈ, ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ। ਗੁਰੂ ਦੇ ਰਾਹੀਂ हे ਨਾਨਕ ਅਕਾਲ ਪੁਰਖ ਵਾਹਿਗੁਰੂ ਆਪ ਵਡਿਆਈ ਬਖਸ਼ਿਸ਼ ਕਰਦਾ ਹੈ। ਮੈਂ ਅੰਧੁਲੇ ਹਰ ਟੇਕ ਟਿਕਾਈ। ਮੈਂ ਅਗਿਆਨੀ ਨੇ ਬਾਕੀ ਸਾਰੀਆਂ ਤਕਨੀਕਾਂ ਤਾਂ ਨਾ ਚੁਣ ਸਕਿਆ, ਪਰ ਸਤਿਗੁਰੂ ਕਹਿੰਦੇ ਨੇ ਮੈਂ ਕੇਵਲ ਟੇਕ, ਕੇਵਲ ਆਸਰਾ, ਕੇਵਲ ਆਧਾਰ, ਕੇਵਲ ਓਟ हे ਵਾਹਿਗੁਰੂ ਅਕਾਲ ਪੁਰਖ ਤੇਰੀ ਹੋਂਦ ਤੇ ਤੇਰੇ ਗੁਣਾ ਉੱਤੇ ਰੱਖੀ ਹੈ। ਜੋ ਉਪਦੇਸ਼ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਵਿੱਚ ਬਖਸ਼ ਰਹੇ ਨੇ, ਇਹ ਸਾਡੇ ਜੀਵਨ ਦਾ ਹਿੱਸਾ ਬਣੇ। ਐਸੀ ਅਰਦਾਸ ਤੇ ਕਾਮਨਾ ਆਪਣੇ ਮਨ ਵਿੱਚੋਂ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਾਰੀ ਸੰਗਤ ਦੀਆਂ ਹਾਜ਼ਰੀਆਂ ਸਤਿਗੁਰੂ ਦਰ ਪ੍ਰਵਾਨ ਕਰਨ। ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੜੇ ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।